दास पगबंद रामदास अर्जन गुरु बर श्री हर गोबिंद। हरि राय हर कृष्ण गुर तेग बहादुर चंद। दसवें गोबिंद सिंह गुर नमो चरण अरविंद। हरि राय हर कृष्ण गुर तेग बहादुर चंद। दसवें गोबिंद सिंह गुर नमो चरण अरविंद। जिसमें है अमृत ज्ञान है माणक भगत बैराग। श्री गुरु ग्रंथ साहिब उदद बंदों कर अनुराग। सतगुर मम बेरी कटहो निज बेरी परचार। एह बेरी होए भव सफल बिन बेरी कर पार। एक ओंकारा सतगुरु तेह प्रसाद सच होए। वाहे गुरु जी की फतेह बिघन विनाशन सोए। धन धन सच्चे पातशाह गरीब नवाज दीन दुनिया दे मालक चबर छत्र तखत दे मालक समर्थ गुरु प्रतख गुरु दीन दयाल कृपाल अंतरजामी पूरन पार ब्रह्म परमेश्वर वाहिगुरु अकाल पुरख स्वरूप सच्चे पातशाह दासां गरीबां सिखां सेवकां दे उत्ते सदा किरपा करन वाले दया करन वाले रहमतां बख्शिशां करन वाले धन 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 सतगुरु गरीब नवाज अंतरजामी सच्चे पातशाह धन धन सतगुरु श्री गुरु ग्रंथ साहिब जी महाराज। धन धन श्री गुरु ग्रंथ साहिब जी महाराज। गज के आखो जी धन धन श्री गुरु ग्रंथ साहिब जी महाराज। धन धन श्री गुरु ग्रंथ साहिब जी महाराज। सच्चे पातशाह महाराज जी दे पावन पवित्र स्थान विखे ਅਤੇ ਦੇਸ਼ਾਂ ਵਿਦੇਸ਼ਾਂ ਵਿੱਚ ਆਪੋ ਆਪਣੇ ਘਰਾਂ ਦੇ ਵਿੱਚ ਬੈਠ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਪਾਵਨ ਕਥਾ ਵਿਚਾਰ ਸਰਵਣ ਕਰਨ ਵਾਸਤੇ ਸੱਜੀ ਹੋਈ ਗੁਰੂ ਜੀ ਦੀ ਪਿਆਰੀ ਸਾਜੀ ਨਵਾਜੀ ਸੰਗਤ ਜੀ ਬੜੇ ਹੀ ਪਿਆਰ ਨਾਲ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਗਰੀਬ ਨਵਾਜ ਅੰਤਰਜਾਮੀ ਧੰਨ 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 ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਲੜੀਵਾਰ ਕਥਾ ਸਤਿਗੁਰੂ ਜੀ ਦਾ ਪਵਿੱਤਰ ਪਾਵਨ ਇਤਿਹਾਸ ਆਪ ਜੀ ਸਿੱਖ ਸੰਗਤਾਂ ਬੜੇ ਹੀ ਪਿਆਰ ਦੇ ਨਾਲ ਸਰਵਣ ਕਰ ਰਹੇ ਹੋ। ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ ਸਰਬ ਕਲਾ ਸਮਰੱਥ ਹਨ। ਸੱਚੇ ਪਾਤਸ਼ਾਹ ਮਹਾਰਾਜ ਭਾਈ ਲਹਿਣਾ ਜੀ ਦੀ ਪ੍ਰੀਖਿਆ ਲੈ ਰਹੇ ਹਨ। ਭਾਵੇਂ ਮਹਾਰਾਜ ਜੀ ਨੂੰ ਪਤਾ ਵੀ ਗੁਰਤਾ ਗੱਦੀ ਦੇ ਮਾਲਕ ਇਹ ਹਨ, ਸੰਸਾਰ ਦੇ ਵਿੱਚ ਪਤਾ ਲੱਗ ਜਾਵੇ ਕਿ ਪ੍ਰੀਖਿਆ ਕਿਵੇਂ ਦੇਣੀ ਤੇ ਕਿਵੇਂ ਪਾਸ ਹੋਣਾ ਹੈ, ਇਹ ਮਹਾਰਾਜ ਪੂਰਨਾ ਪਾ ਰਹੇ ਹੈ। ਸੇਵਾ ਕਿਸ ਤਰੀਕੇ ਨਾਲ ਕਰਨੀ ਹੈ, ਕਿਵੇਂ ਮਨ ਨੂੰ ਨੀਵਿਆਂ ਰੱਖ ਕੇ ਗੁਰੂ ਘਰ ਵਿੱਚ ਸੇਵਾ ਕਰਨ ਵਾਲਿਆਂ ਨੂੰ ਵਡਿਆਈਆਂ ਪ੍ਰਾਪਤ ਹੁੰਦੀਆਂ, ਇਹ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਪੂਰਨਾ ਪਾ ਰਹੇ ਹੈ। ਅੱਧੀ ਰਾਤ ਹੋਈ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਚੋਲਾ ਸੁਕਾਉਣ ਵਾਸਤੇ ਆਖਿਆ, ਉਹ ਵੀ ਸੁਕਾਇਆ ਹੈ। ਹੋਰ ਬੜੇ ਪ੍ਰਕਾਰ ਦੀ ਸੇਵਾ ਤੁਸੀਂ ਸੁਣਿਆ। ਬਾਬਾ ਬੁੱਢਾ ਸਾਹਿਬ ਜੀ ਦੇ ਮਨ ਵਿੱਚ ਆਇਆ ਵੀ ਲਹਿਣਾ ਜੀ ਨੂੰ ਕਿਉਂ ਵਧੇਰੇ ਪਿਆਰ ਹੈ। ਉਹ ਸਮਾਂ ਪੁੱਛਣ ਤੋਂ ਦ੍ਰਿਸ਼ਟਾਂਤ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਸਮਝਾਇਆ। ਬਹੁਤ ਕੁਝ ਹੋਇਆ, ਬਹੁਤ ਕੁਝ ਹੋਇਆ। ਮਹਾਰਾਜ ਸੱਚੇ ਪਾਤਸ਼ਾਹ ਲਹਿਣਾ ਜੀ ਤੇ ਪੂਰਨ ਪ੍ਰਸੰਨ ਹਨ। ਸਾਰਿਆਂ ਦੇ ਮਨ ਜਿਹੜੇ ਆ ਉਹ ਮੰਨ ਗਏ ਹੈ। ਅਤੇ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਇੱਕ ਦਿਨ ਰਾਵੀ ਵਿੱਚ ਇਸ਼ਨਾਨ ਕਰਨ ਵਾਸਤੇ ਗਏ। ਜਦੋਂ ਮਹਾਰਾਜ ਰਾਵੀ 'ਚ ਇਸ਼ਨਾਨ ਕਰਨ ਵਾਸਤੇ ਵਿੱਚ ਖਲੋ ਗਏ ਹੈ, ਭਾਈ ਲਹਿਣਾ ਜੀ ਬਾਹਰ ਮਹਾਰਾਜ ਜੀ ਦੇ
ਬਸਤਰ ਲੈ ਕੇ ਬੈਠੇ ਐ, ਨੇਤਰ ਬੰਦ ਹੋ ਗਏ, ਮਨ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਸਰੂਪ ਵਸਿਆ ਹੋਇਆ ਹੈ ਤੇ ਬੰਦ ਨੇਤਰਾਂ ਵਿੱਚ ਮਹਾਰਾਜ ਦੇ ਦਰਸ਼ਨ ਹੁੰਦੇ ਹੈ। ਜਦੋਂ ਪ੍ਰੇਮੀ ਪਿਆਰ ਕਰਦਾ ਹੈ, ਕੋਈ ਆਮ ਕਿਸੇ ਬੰਦੇ ਨਾਲ ਪਿਆਰ ਹੋ ਜੇ, ਸੰਗਤ ਜੀ ਜਦੋਂ ਬੰਦਾ ਆਪਣੀਆਂ ਅੱਖਾਂ ਬੰਦ ਕਰੇ ਤਾਂ ਉਹਦਾ ਹੀ ਚਿਹਰਾ ਨਜ਼ਰ ਆਉਂਦਾ ਉਹਨੂੰ। ਅਜੇ ਉਹ ਮਨੁੱਖ ਵੀ ਆਮ ਹੁੰਦਾ ਹੈ, ਨਾ ਉਹਦੀ ਕੋਈ ਤਾਕਤ ਨਾ ਉਹਦੀ ਕੋਈ ਸਮਰੱਥਾ, ਤੇ ਸੱਚੇ ਪਾਤਸ਼ਾਹ ਤੇ ਬਹੁਤ ਵੱਡੇ ਹੈ ਜੀ, ਬਹੁਤ ਵੱਡੇ ਹੈ। ਭਾਈ ਲਹਿਣਾ ਜੀ ਨੂੰ ਮਹਾਰਾਜ ਜੀ ਦੇ ਅੰਦਰ ਅੰਦਰ ਦਰਸ਼ਨ ਹੁੰਦੇ ਹੈ। ਮਹਾਰਾਜ ਦਰਿਆ ਵਿੱਚੋਂ ਬਾਹਰ ਨਿਕਲ ਕੇ ਬਾਹਰ ਖਲੋਤੇ ਹੈ। ਬਸਤਰ ਲਹਿਣਾ ਜੀ ਦੇ ਕੋਲ ਨੇ, ਪਰ ਲਹਿਣਾ ਜੀ ਨੇ ਨੇਤਰ ਬੰਦ ਕੀਤੇ, ਇੱਕ ਰਸ ਬੈਠੇ ਆਨੰਦ ਲੈਣ ਦੇ। ਗੁਰੂ ਮਿਹਰ ਕਰੇ ਸੰਗਤ ਜੀ, ਇਸ ਆਨੰਦ ਦਾ ਝਲਕਾਰਾ, ਇਸ ਆਨੰਦ ਦਾ ਕਿਣਕਾ ਮਹਾਰਾਜ ਸਾਡੀ ਝੋਲੀ ਵਿੱਚ ਵੀ ਪਾਉਣ। ਸੱਚੇ ਪਾਤਸ਼ਾਹ ਮਹਾਰਾਜ ਨੇ ਵੇਖਿਆ ਵੀ ਲਹਿਣਾ ਜੀ ਤੇ ਮਗਨ ਹੋਏ ਪਏ ਆ। ਮਹਾਰਾਜ ਗਰੀਬ ਨਵਾਜ ਜੀ ਨੇ ਅੰਦਰ ਵਾਲਾ ਸਰੂਪ ਅਲੋਪ ਕੀਤਾ। ਉਸੇ ਵੇਲੇ ਵਿਆਕੁਲ ਹੋ ਕੇ ਲਹਿਣਾ ਜੀ ਨੇ ਨੇਤਰ ਖੋਲੇ, ਸਾਹਮਣੇ ਮਹਾਰਾਜ ਦੇ ਦਰਸ਼ਨ ਕੀਤੇ। ਸੋ ਇੱਥੋਂ ਤੱਕ ਆਪਾਂ ਕਥਾ ਸਰਵਣ ਕੀਤੀ ਸੀ। ਹੁਣ ਸੰਗਤ ਜੀ ਅੱਗੇ ਕਥਾ ਹੋਣੀ ਹੈ। ਬੜੇ ਹੀ ਪਿਆਰ ਦੇ ਨਾਲ ਸਾਰੀ ਸੰਗਤ ਆਪਾਂ ਕਥਾ ਸਰਵਣ ਕਰੀਏ। ਧਰੋ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦਾ ਧਿਆਨ। ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਕਰੋ ਬੇਨਤੀ, ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੀ ਕਥਾ ਸੁਣਨ ਲੱਗੇ ਆ, ਇਹ ਕਥਾ ਸਾਡੇ ਜੀਵਨ ਦਾ ਅੰਗ ਬਣੇ, ਸਾਡੇ ਹਿਰਦੇ ਵਿੱਚ ਇਸ ਕਥਾ ਦਾ ਵਾਸਾ ਹੋਵੇ। ਸੱਚੇ ਪਾਤਸ਼ਾਹ ਆਪ ਸਾਡੇ ਤੇ ਕਿਰਪਾ ਕਰੋ, ਬਖਸ਼ਿਸ਼ ਕਰੋ, ਦਇਆ ਕਰੋ। ਆਓ ਹੁਣ ਪਿਆਰ ਨਾਲ ਕਥਾ ਸਰਵਣ ਕਰੀਏ। ਗੱਜ ਕੇ ਸਾਰੀ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ, ਸ਼੍ਰੀ ਵਾਹਿਗੁਰੂ ਸਾਹਿਬ ਜੀ। ਹਾਥ ਬੰਦ ਕਹਿ ਕੀਨ ਪ੍ਰਣਾਮਾ। ਜਦੋਂ ਮਹਾਰਾਜ ਗਰੀਬ ਨਵਾਜ ਜੀ ਨੇ ਲਹਿਣਾ ਜੀ ਨੂੰ ਦਰਸ਼ਨ ਦਿੱਤੇ, ਹੱਥ ਜੋੜ ਕੇ ਭਾਈ ਲਹਿਣਾ ਜੀ ਨੇ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕੀਤੀ। ਲੈ ਨਿਜ ਸੰਗ ਚਲੇ ਸੁਖ ਧਾਮਾ। ਮਹਾਰਾਜ ਸੱਚੇ ਪਾਤਸ਼ਾਹ ਭਾਈ ਲਹਿਣਾ ਜੀ ਨੂੰ ਨਾਲ ਲੈ ਕੇ ਤੇ ਤੁਰ ਪਏ। ਅੱਗੇ ਅੱਗੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੇ ਬੜੇ ਪਿਆਰ ਨਾਲ ਪਿੱਛੇ ਪਿੱਛੇ ਭਾਈ ਲਹਿਣਾ ਜੀ ਤੁਰ ਰਹੇ ਆ। ਹਾਂਜੀ, ਧਰਮਸਾਲ ਮਹਿ ਆਨ ਬੇਰਾਜੇ। ਹਜੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਧਰਮਸ਼ਾਲਾ ਵਿੱਚ ਆ ਕੇ ਸੱਜ ਗਏ ਸ੍ਰੀ ਕਰਤਾਰਪੁਰ ਸਾਹਿਬ ਦੇ ਵਿੱਚ। ਹਾਂਜੀ, ਜੋ ਸਿੱਖਨ ਕੇ ਸਭ ਸੁਖ ਛਾਜੇ। ਸਿੱਖਾਂ ਨੂੰ ਹਰ ਪ੍ਰਕਾਰ ਦਾ ਸੁੱਖ ਦੇਣ ਵਾਲੇ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਵਾਜ ਮਹਾਰਾਜ ਆ ਕੇ ਧਰਮਸ਼ਾਲਾ ਵਿੱਚ ਸੱਜ ਗਏ ਜੀ। ਹਾਂਜੀ, ਲਹਿਣੇ ਕਾਓ ਬੈਠਾਏ ਤਿਹ ਕਾਲਾ। ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਸਮੇਂ ਭਾਈ ਲਹਿਣਾ ਜੀ ਨੂੰ ਆਪਣੇ ਕੋਲ ਬਿਠਾ ਲਿਆ ਜੀ। ਹਾਂਜੀ, ਸੰਗਤ ਸਰਬ ਬੁਲਾਏ ਬੇਸਾਲਾ। ਬਹੁਤ ਵੱਡੀ ਗਿਣਤੀ ਵਿੱਚ ਸੰਗਤ ਪਹਿਲਾਂ ਹੀ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਪਹੁੰਚੀ ਸੀ। ਹੋਰ ਸੰਗਤ ਮਹਾਰਾਜ ਨੇ ਸੱਦ ਲਈ ਜੀ। ਭਾਈ ਲਹਿਣਾ ਜੀ ਨੂੰ ਆਪਣੇ ਕੋਲ ਬਿਠਾਇਆ ਤੇ ਬਹੁਤ ਸੰਗਤ ਮਹਾਰਾਜ ਜੀ ਨੇ ਸੱਦ ਲਈ ਜੀ। ਹਾਂਜੀ, ਦੋਨੋਂ ਸੁਤ ਕੋ ਨਿਕਟ ਹਕਾਰਾ। ਮਹਾਰਾਜ ਗਰੀਬ ਨਵਾਜ ਜੀ ਦੇ ਦੋਵੇਂ ਸਾਹਿਬਜ਼ਾਦੇ ਬਾਬਾ ਸ੍ਰੀ ਚੰਦਰ ਜੀ, ਬਾਬਾ ਲਖਮੀ ਦਾਸ ਜੀ, ਉਹਨਾਂ ਨੂੰ ਵੀ ਮਹਾਰਾਜ ਜੀ ਨੇ ਸੰਗਤ ਵਿੱਚ ਸੱਦਿਆ। ਹਾਂਜੀ, ਆਏ ਤਬੈ ਧਰਮਸਾਲ ਮਝਾਰਾ। ਮਹਾਰਾਜ ਜੀ ਦੇ ਦੋਵੇਂ ਸਾਹਿਬਜ਼ਾਦੇ ਸਤਿਗੁਰੂ ਜੀ ਦਾ ਹੁਕਮ ਮੰਨ ਕੇ ਧਰਮਸ਼ਾਲਾ ਦੇ ਵਿੱਚ ਆਏ ਹਨ। ਹਾਂਜੀ, ਲਹਿਣੇ ਕੋ ਕਰੁਣਾ ਜੁਤ ਹੇਰਾ। ਬਾਬਾ ਬੁੱਢਾ ਜੀ, ਭਾਈ ਜੋਧ ਜੀ, ਬੜੇ ਬੜੇ ਸਿੱਖ, ਭਾਈ ਸਧਾਰਨ ਜੈਸੇ ਸਿੱਖ, ਮਹਾਰਾਜ ਜੀ ਦਾ ਪਰਿਵਾਰ, ਪਤਾ ਨਹੀਂ ਹੋਰ ਬੜੇ ਬੜੇ ਪਿਆਰੇ ਗੁਰੂ ਦੇ ਪਿਆਰੇ ਸਾਰੇ ਬੈਠੇ ਆ। ਤੇ ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਲਹਿਣਾ ਜੀ ਦੇ ਵੱਲ ਮਿਹਰ ਦੀ ਦ੍ਰਿਸ਼ਟੀ ਨਾਲ ਵੇਖਿਆ, ਕਿਰਪਾ ਦੀ ਦ੍ਰਿਸ਼ਟੀ ਨਾਲ ਦੇਖਿਆ। ਹਾਂਜੀ, ਲਿਏ ਪੰਜ ਪੈਸੇ ਇੱਕ ਨਲਿਏਰਾ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਤਾ ਕੀ ਕੀਤਾ ਜੀ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਲਹਿਣਾ ਜੀ ਤੋਂ ਬਾਂਹ ਫੜੀ ਤੇ ਅੱਜ ਤੱਕ ਐਸਾ ਨਹੀਂ ਸੀ ਹੋਇਆ
ਧੰਨ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਲਹਿਣਾ ਜੀ ਨੂੰ ਆਪਣੇ ਤਖਤ ਤੇ ਬਿਠਾ ਦਿੱਤਾ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਖਤ ਤੇ ਬਿਠਾ ਦਿੱਤਾ ਤੇ ਲੀਏ 5 ਪੈਸੇ ਇੱਕ ਨਿਰੇਲਾ ਸਾਧ ਸੰਗਤ ਜੀ ਦੱਸਦੇ ਆ, ਕਹਿੰਦੇ ਆ ਇੱਕ ਨਾਰੀਅਲ ਤੇ 5 ਪੈਸੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਲਏ। ਹਾਂਜੀ। ਕੀਨ ਪ੍ਰਦਰਸ਼ਨ ਤੀਨ ਚੁਫੇਰੇ। ਕੋ ਮਹਾਰਾਜ ਨੇ ਤਖਤ ਤੇ ਬਿਠਾ ਕੇ 5 ਪੈਸੇ ਤੇ ਨਾਰੀਅਲ ਆਪਣੇ ਹੱਥ ਵਿੱਚ ਪਕੜ ਕੇ ਲਹਿਣਾ ਜੀ ਦੀ ਪਰਿਕਰਮਾ ਕੀਤੀ ਜੀ। ਤੁਸੀਂ ਅੰਦਾਜ਼ਾ ਲਾਓ, ਜਿਹਦੀ ਸਤਿਗੁਰੂ ਪਰਿਕਰਮਾ ਕਰਨ ਗੁਰੂ ਨਾਨਕ ਸਾਹਿਬ ਆਪ ਨਿਰੰਕਾਰ ਆਪ ਪਰਮੇਸ਼ਰ, ਉਹ ਕੀ ਹੋਣਗੇ ਜੀ। ਮਹਾਰਾਜ ਸੱਚੇ ਪਾਤਸ਼ਾਹ ਪਰਿਕਰਮਾ ਕੀਤੀਆਂ, ਇੱਕ ਪਰਿਕਰਮਾ ਕੀਤੀ, 2 ਕੀਤੀ, ਫਿਰ ਤੀਜੀ ਪਰਿਕਰਮਾ ਵੀ ਸੰਪੂਰਨ ਕੀਤੀ। ਕਰ ਤੇ ਧਰ ਕੈ ਭੇਟ ਅਗੇਰੇ। ਫਿਰ 3 ਪ੍ਰਦਖਣਾ ਕਰਕੇ ਪਰਿਕਰਮਾ ਕਰਕੇ ਤੇ ਸਾਧ ਸੰਗਤ ਜੀ ਹੱਥਾਂ ਦੇ ਨਾਲ ਆਪਣੇ ਪਵਿੱਤਰ ਕਰ ਕਮਲਾਂ ਨਾਲ 5 ਪੈਸੇ ਤੇ ਨਾਰੀਅਲ ਗੁਰੂ ਨਾਨਕ ਸਾਹਿਬ ਜੀ ਨੇ ਲਹਿਣਾ ਜੀ ਦੇ ਅੱਗੇ ਰੱਖਤੇ ਜੀ। ਆਪਣੇ ਬੱਚਿਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਰਿਕਰਮਾ ਕਰਨੀਆਂ ਸਿਖਾਓ। ਹਾਂਜੀ। ਹਾਥ ਜੋਰ ਕੈ ਸੀਸ ਨਿਵਾਇਓ। ਫਿਰ ਕੀ ਕੀਤਾ ਜੀ, ਅੱਗੇ ਰੱਖ ਕੇ 5 ਪੈਸੇ ਤੇ ਨਾਰੀਅਲ ਤੇ ਭਾਈ ਲਹਿਣਾ ਜੀ ਦੇ ਅੱਗੇ ਗੁਰੂ ਨਾਨਕ ਸਾਹਿਬ ਨੇ ਹੱਥ ਜੋੜ ਕੇ ਮੱਥਾ ਟੇਕ ਦਿੱਤਾ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਭਾਈ ਲਹਿਣਾ ਜੀ ਦੇ ਅੱਗੇ ਗੁਰੂ ਨਾਨਕ ਸਾਹਿਬ ਜੀ ਨੇ ਮੱਥਾ ਟੇਕ ਦਿੱਤਾ ਜੀ। ਹਾਂਜੀ। ਲਹਿਣਾ ਭਿਖ ਡਰਿਓ ਬਿਸਮਾਇਓ। ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਮੱਥਾ ਟੇਕਿਆ, ਪਿਆਰਿਓ ਜਿਸ ਮਾਲਕ ਦੇ ਚਰਨਾਂ ਵਿੱਚ ਰਹਿ ਕੇ ਆਨੰਦ ਮਾਣਿਆ, ਜਿਸ ਮਾਲਕ ਦੇ ਚਰਨਾਂ ਵਿੱਚ ਰਹਿ ਕੇ ਆਤਮਿਕ ਹੁਲਾਰੇ ਪ੍ਰਾਪਤ ਕੀਤੇ, ਜਿਸ ਮਾਲਕ ਦੇ ਚਰਨਾਂ ਵਿੱਚ ਰਹਿ ਕੇ ਸੇਵਾ ਕੀਤੀ, ਉਹ ਗੁਰੂ ਨਾਨਕ ਸਾਹਿਬ ਜਦੋਂ ਸਿੱਖ ਦੇ ਚਰਨਾਂ ਤੇ ਸਿਰ ਰੱਖ ਦੇਣ, ਤੁਸੀਂ ਅੰਦਾਜ਼ਾ ਲਾਓ ਉਹਦੇ ਅੰਦਰ ਕੀ ਵਰਤੇਗਾ ਜੀ। ਉਹਦੇ ਅੰਦਰ ਕੀ ਵਰਤੇਗਾ। ਭਾਈ ਲਹਿਣਾ ਜੀ ਇੱਕਦਮ ਡਰ ਗਏ ਆ, ਹੈਰਾਨ ਹੋ ਗਏ ਆ, ਇਹ ਮਹਾਰਾਜ ਨੇ ਕੀ ਕੀਤਾ, ਸੱਚੇ ਪਾਤਸ਼ਾਹ ਜੀ ਨੇ ਮੈਨੂੰ ਮੱਥਾ ਟੇਕ ਦਿੱਤਾ। ਹਾਂਜੀ। ਔਰ ਵਿਚਾਰ ਵਿਪਰੀਤ ਮਹਾਨਾ। ਲਹਿਣਾ ਜੀ ਨੇ ਵਿਚਾਰ ਕੀਤੀ, ਇਹ ਤੇ ਉਲਟ ਵੀ ਕੰਮ ਹੋ ਗਿਆ। ਮੈਂ ਮੱਥਾ ਟੇਕਣਾ, ਇਹਨਾਂ ਮੈਨੂੰ ਕਿਉਂ ਮੱਥਾ ਟੇਕਿਆ। ਹਾਂਜੀ। ਤੇਹ ਛਿਨ ਇਹ ਬਿਦ ਬਚਨ ਬਖਾਨਾ। ਤੇ ਪਿਆਰਿਓ ਉਸੇ ਵੇਲੇ ਹੀ ਸਾਰੀ ਸੰਗਤ ਵਿੱਚ ਭਾਈ ਲਹਿਣਾ ਜੀ ਨੇ ਇਸ ਤਰ੍ਹਾਂ ਬਚਨ ਕੀਤਾ। ਮਹਾਰਾਜ ਨੇ ਅਜੇ ਨਾਮ ਰੱਖਣਾ ਗੁਰੂ ਅੰਗਦ ਦੇਵ ਸਾਹਿਬ। ਹਾਂਜੀ। ਤੁਮ ਕਰਤਾਰ ਸਰਬ ਸਿਰ ਤਾਜਾ। ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਆਪ ਕਰਤਾ ਪੁਰਖ, ਆਪ ਪਰਮੇਸ਼ਰ, ਤੇ ਮਹਾਰਾਜ ਤੁਸੀਂ ਸਾਰਿਆਂ ਦੇ ਸਿਰ ਤੇ ਤਾਜ ਹੋ ਸੱਚੇ ਪਾਤਸ਼ਾਹ। ਪਰਮ ਪਰਮੇਸ਼ਰ ਸ੍ਰੀ ਮਹਾਰਾਜਾ। ਮਹਾਰਾਜ ਤੁਸੀਂ ਆਪ ਪਰਮੇਸ਼ਰ ਹੋ, ਆਪ ਮਹਾਰਾਜ ਰਾਜਿਆਂ ਦੇ ਰਾਜੇ, ਮਹਾਰਾਜੇ ਹੋ ਮਹਾਰਾਜ। ਹਾਂਜੀ। ਜਿਸ ਤਨ ਕੋ ਤੁਮ ਨੇ ਸਿਰ ਨਿਆਇਓ। ਤੇ ਮਹਾਰਾਜ ਜਿਸ ਸਰੀਰ ਨੂੰ ਤੁਸੀਂ ਮੱਥਾ ਟੇਕੋ, ਹਾਂਜੀ, ਉਚਿਤ ਵੱਡੇ ਦੁੱਖ ਮੈਂ ਲੱਖ ਪਾਇਓ। ਉਸ ਸਰੀਰ ਨੂੰ ਤੇ ਦੁੱਖ ਹੋ ਜਾਣਾ ਚਾਹੀਦਾ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਸਾਧ ਸੰਗਤ ਜੀ ਇਤਿਹਾਸ ਵਿੱਚ ਇਹ ਵੀ ਬੋਲ ਆਉਂਦੇ ਆ, ਭਾਈ ਲਹਿਣਾ ਜੀ ਨੇ ਇਹ ਕਹਿਤਾ ਸੀ, ਜਿਨ੍ਹਾਂ ਚਰਨਾਂ ਤੇ ਤੁਸੀਂ ਸਿਰ ਝੁਕਾਇਆ ਉਹਨਾਂ ਨੂੰ ਕੋੜ ਹੋ ਜੇ ਮਹਾਰਾਜ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਕਿਉਂ ਕੋਈ ਵੀ ਭਾਵਨਾ ਵਾਲਾ ਸਿੱਖ ਜਿਹੜਾ ਉਹ ਗੁਰੂ ਕੋਲੋਂ ਆਪਣਾ ਸਤਿਕਾਰ ਨਹੀਂ ਕਰਾਏਗਾ। ਸਿੱਖ ਨੇ ਸਤਿਗੁਰੂ ਜੀ ਦਾ ਸਤਿਕਾਰ ਕਰਨਾ, ਸਿੱਖ ਨੇ ਕਰਨਾ। ਹਾਂਜੀ। ਦੋਹਰਾ ਸੁਨ ਕੈ ਸ੍ਰੀ ਗੁਰ ਤਬ ਕਹਿਓ, ਕਿਰਪਾ ਰਸੀਲੇ ਨੈਣ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਵੇਖਿਆ, ਸੁਣਿਆ ਵੀ ਲਹਿਣਾ ਜੀ ਨੇ ਭਾਵਨਾ ਦੇ ਵਿੱਚ ਬਚਨ ਕੀਤੇ, ਭਾਵਨਾ ਦੇ ਵਿੱਚ। ਹਾਂਜੀ। ਪੁਰਖਾ ਬਸ ਤੂੰ ਸ਼ਨ ਕਰਹੁ, ਬਾਹੁਰ ਨਾ ਬੋਲਹੁ ਬੈਨ। ਮਹਾਰਾਜ ਕਹਿਣ ਲੱਗੇ, ਪੁਰਖਾ ਬਸ ਚੁੱਪ ਹੋ ਜਾ। ਮਹਾਰਾਜ ਕਹਿਣ ਲੱਗੇ, ਹੁਣ ਅੱਗੋਂ ਨਾ ਬੋਲੀ, ਹੁਣ ਮੁਖੋਂ ਕੋਈ ਐਸਾ ਬਚਨ ਨਾ ਕਰੀ। ਹਾਂਜੀ। ਚਉਪਈ ਜੋ ਉਚਰਹੁ ਸੋ ਹੋਵੈ ਸਾਚੀ। ਪੁਰਖਾ
ਅੱਜ ਤੋਂ ਬਾਅਦ ਤੁਸੀਂ ਜੋ ਵੀ ਆਪਣੇ ਮੁਖ ਤੋਂ ਬੋਲੋਗੇ ਸੱਚ ਹੋ ਜਾਇਆ ਕਰੇਗਾ, ਸੱਚ ਹੋ ਜਾਇਆ ਕਰੇਗਾ। ਹਾਂਜੀ, ਪੁਨ ਅਸ ਕਰਹੁ ਨਾ ਗਿਰਾ ਉਹ ਬਾਚੀ। ਇਸ ਕਰਕੇ ਅੱਜ ਤੋਂ ਬਾਅਦ ਦੁੱਖ ਵਾਲਾ ਆਪਣੇ ਪਰਥਾਏ ਬਚਨ ਨਹੀਂ ਕਰਨਾ, ਆਪਣੇ ਪਰਥਾਏ ਬਚਨ ਨਹੀਂ ਕਰਨਾ। ਜੇ ਹੁਣੇ ਹੁਣੇ ਸਰੀਰ ਦੇ ਵਿੱਚ ਇੰਨੀ ਵੱਡੀ ਕ੍ਰਾਂਤੀ ਵਰਤੀ, ਐਡੀ ਵੱਡੀ ਬਖਸ਼ਿਸ਼ ਆ ਕੇ ਟਿਕੀ ਹੈ। ਹਾਂਜੀ, ਆਇਸ ਮਨਹੁ ਆਸ ਮਤ ਮੇਰੋ। ਮੇਰੀ ਇਹ ਮਤ ਹੈ, ਰਾਏ ਹੈ, ਸਾਡੀ ਆਗਿਆ ਮੰਨੋ, ਅੱਜ ਤੋਂ ਬਾਅਦ ਐਸਾ ਬਚਨ ਨਹੀਂ ਕਰਨਾ। ਹਾਂਜੀ, ਭਾ ਸਭ ਕੋ ਗੁਰ ਹੋਵੈ ਜਗ ਚੇਰੋ। ਸਾਰੀ ਸੰਗਤ ਨੂੰ ਸੁਣਾ ਕੇ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਜਗਤ ਦੇ ਗੁਰੂ, ਆਪ ਪਰਮੇਸ਼ਰ, ਆਪ ਮਾਲਕ ਸੱਚੇ ਪਾਤਸ਼ਾਹ ਸਾਰਿਆਂ ਨੂੰ ਸੁਣਾ ਕੇ ਕਹਿਣ ਲੱਗੇ, ਕਹਿੰਦੇ ਭਾਈ ਲਹਿਣਾ ਜੀ, ਅੱਜ ਤੋਂ ਤੁਸੀਂ ਸਾਰੇ ਜਗਤ ਦੇ ਹੀ ਗੁਰੂ ਹੋ। ਗੱਜ ਕੇ ਆਖੋ ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ। ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀਓ ਮਹਾਰਾਜ। ਭੱਟ ਜੀ ਕਹਿੰਦੇ ਨਾ, ਭੱਟ ਜੀ ਕਹਿੰਦੇ ਲਹਿਣਾ ਜਗਤਰ ਗੁਰ ਪਰਸ ਮੁਰਾਰ। ਭਾਈ ਲਹਿਣਾ ਜੀ ਜਗਤ ਦੇ ਗੁਰੂ ਬਣੇ, ਜਗਤ ਦੇ ਜੀ। ਹਾਂਜੀ, ਅੰਗਦ ਨਾਮ ਆਜ ਤੇ ਹੋਈ। ਅੱਜ ਤੋਂ ਮਹਾਰਾਜ ਕਹਿਣ ਲੱਗੇ ਤੁਹਾਡਾ ਨਾਮ ਲਹਿਣਾ ਨਹੀਂ ਰਿਹਾ, ਅੱਜ ਤੋਂ ਤੁਹਾਡਾ ਨਾਮ ਅੰਗਦ ਪੈ ਗਿਆ। ਜਿੰਨੀ ਹੁਣ ਸੰਗਤ ਬੈਠੇ ਹੋ, ਆਪ ਜੀ ਕਥਾ ਸੁਣ ਰਹੇ ਹੋ, ਹਾਜ਼ਰੀ ਲਵਾਓ ਤੇ ਦੋਵੇਂ ਹੱਥ ਜੋੜ ਕੇ ਕਹੋ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਮਹਾਰਾਜ ਗਰੀਬ ਨਵਾਜ ਕਹਿਣ ਲੱਗੇ ਅੱਜ ਤੋਂ ਤੁਹਾਡਾ ਨਾਮ ਅੰਗਦ ਦੇਵ ਹੈ, ਅੰਗਦ ਦੇਵ, ਗੁਰੂ ਅੰਗਦ ਦੇਵ ਸਾਹਿਬ ਨਾਮ ਹੋਏਗਾ ਤੁਹਾਡਾ। ਹਾਂਜੀ, ਨਿਜ ਅੰਗਨ ਤੇ ਕੀਨੋ ਤੋਹੀ। ਅਸੀਂ ਤੁਹਾਨੂੰ ਆਪਣੇ ਨਿੱਜੀ ਅੰਗਾਂ ਤੋਂ ਬਣਾਇਆ, ਮਹਾਰਾਜ ਕਹਿਣ ਲੱਗੇ। ਹਾਂਜੀ, ਸਿਮਰਨ ਸਤ ਨਾਮ ਪ੍ਰਗਟਾਵੋ। ਹੁਣ ਜਗਤ ਵਿੱਚ ਤੁਸੀਂ ਲੋਕਾਂ ਨੂੰ ਵਾਹਿਗੁਰੂ ਜੀ ਦੇ ਨਾਮ ਨਾਲ ਜੋੜਨਾ ਹੈ, ਸੰਸਾਰ ਵਿੱਚ ਉਸ ਵਾਹਿਗੁਰੂ ਦੇ ਸੱਚੇ ਨਾਮ ਨੂੰ ਪ੍ਰਗਟ ਕਰਨਾ। ਹਾਂਜੀ, ਜਹ ਤਹ ਸਿੱਖੀ ਰੀਤ ਚਲਾਵੋ। ਜਿੱਥੇ ਕਿੱਥੇ ਸਿੱਖੀ ਦੀ ਰੀਤੀ ਨੂੰ ਤੁਸਾਂ ਹੀ ਚਲਾਉਣਾ, ਮਹਾਰਾਜ ਕਹਿਣ ਲੱਗੇ। ਹਾਂਜੀ, ਆਸ ਕਹਿ ਪ੍ਰਭ ਦੁਐ ਰੂਪ ਸੁਹਾਇਓ। ਇਹ ਕਹਿ ਕੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਨੇ ਵੱਡਾ ਕਾਰਜ ਕੀਤਾ, ਦੋ ਸਰੂਪ ਬਣ ਗਏ ਜੀ। ਭਾਵ ਦੂਜਾ ਸਰੂਪ ਮਹਾਰਾਜ ਨੇ ਧਾਰਨ ਕਰ ਲਿਆ। ਹਾਂਜੀ, ਜਨ ਸ਼੍ਰੀ ਗੰਗ ਤਰੰਗ ਉਠਾਇਓ। ਫਰਕ ਕੋਈ ਨਹੀਂ ਹੈ, ਜਿਵੇਂ ਗੰਗਾ ਤੇ ਗੰਗਾ ਦੀ ਤਰੰਗ 'ਚ ਅੰਤਰ ਕੋਈ ਨਹੀਂ ਨਾ, ਇਸੇ ਤਰ੍ਹਾਂ ਸੰਗਤ ਜੀ ਧੰਨ ਗੁਰੂ ਨਾਨਕ ਸਾਹਿਬ ਤੇ ਗੁਰੂ ਅੰਗਦ ਦੇਵ ਸਾਹਿਬ ਵਿੱਚ ਫਰਕ ਨਹੀਂ ਸਮਝਣਾ, ਇੱਕੋ ਹੀ ਗੱਲ ਨੇ। ਹਾਂਜੀ, ਨੀਕੇ ਦਿਪਿਓ ਪ੍ਰਕਾਸ਼ ਬਿਸਾਲਾ। ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਤੁਸੀਂ ਗੁਰੂ ਅੰਗਦ ਦੇਵ ਸਾਹਿਬ ਹੋ। ਬਸ ਸਾਧ ਸੰਗਤ ਬਚਨ ਕਰਨ ਦੀ ਦੇਰ ਸੀ, ਲਹਿਣਾ ਜੀ ਦੇ ਅੰਦਰ ਪ੍ਰਕਾਸ਼ ਹੀ ਪ੍ਰਕਾਸ਼ ਹੋ ਗਿਆ। ਕੋਈ ਥੋੜਾ ਜਿਹਾ ਨਾਮ ਜਪ ਲੇ ਨਾ, ਅਭਿਆਸ ਕਰ ਲੇ ਤੇ ਪ੍ਰਕਾਸ਼ ਹੀ ਪ੍ਰਕਾਸ਼ ਨਜ਼ਰ ਆ ਜਾਂਦਾ ਜੀ ਬੰਦੇ ਨੂੰ। ਤੇ ਇਹ ਤੇ ਮਾਲਕ ਹੈ ਗੁਰਤਾ ਗੱਦੀ ਦੇ, ਗੁਰੂਆਂ ਦੇ ਗੁਰੂ ਬਣ ਗਏ ਜੀ। ਹਾਂਜੀ, ਜਿਉ ਮਸਾਲ ਤੇ ਜਗੇ ਮਸਾਲਾ। ਕਹਿੰਦੇ ਬਸ ਇਸੇ ਤਰ੍ਹਾਂ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਮਹਾਰਾਜ ਨੇ ਗੁਰਤਾ ਗੱਦੀ ਦਿੱਤੀ, ਜਿਵੇਂ ਇੱਕ ਮਸ਼ਾਲ ਤੋਂ ਦੂਜੀ ਮਸ਼ਾਲ ਜਗ ਜਾਂਦੀ ਹੈ। ਹਾਂਜੀ, ਜਗ ਮਹਿ ਉਲਟੀ ਗੰਗ ਵਹਾਈ। ਪਰ ਸੰਗਤ ਜੀ ਜਗਤ ਵਿੱਚ ਉਲਟੀ ਗੰਗਾ ਵਹਿ ਗਈ, ਉਲਟੀ ਗੰਗਾ ਜੀ। ਗੰਗਾ ਮਾਨੋ ਐਣੂ ਜਾ ਰਹੀ ਤਾਂ ਐਣੂ ਜਾਣ ਲੱਗ ਪਈ ਜੀ। ਇਹਨੂੰ ਸੱਤਾ ਤੇ ਬਲਵੰਡ ਜੀ ਨੇ ਵੀ ਬਾਣੀ ਵਿੱਚ ਲਿਖਿਆ, ਉਲਟੀ ਗੰਗ ਵਹਾਏ ਓਨ ਦੁਨਿਆਈ ਆਖੈ ਕੇ ਕਿਉਂ ਨਾ। ਵੀ ਉਲਟੀ ਗੰਗਾ ਬਹਾਤੀ, ਲੋਕ ਕਹਿੰਦੇ ਇਹ ਕੀ ਕੀਤਾ। ਹਾਂਜੀ, ਸਿੱਖ ਕੋ ਕਰ ਗੁਰ ਦੀ ਗੁਰਿਆਈ। ਇਹ ਮਹਾਰਾਜ ਨੇ ਕੀਤਾ, ਸਿੱਖ ਕੋ ਕਰ ਗੁਰ ਦੀ ਗੁਰਿਆਈ। ਸਿੱਖ ਕੋ ਕਰ ਗੁਰ ਦੀ ਗੁਰਿਆਈ, ਸਿੱਖ ਨੂੰ ਗੁਰੂ ਬਣਾ ਕੇ ਗੁਰਤਾ ਗੱਦੀ ਦੀ ਵਡਿਆਈ ਦੇ ਦਿੱਤੀ ਜੀ। ਹਾਂਜੀ, ਇਸ ਪ੍ਰਕਾਰ ਤਹਿ ਤਖਤ ਬਿਠਾਇਓ। ਇਸ ਤਰੀਕੇ ਨਾਲ
ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਤਖਤ ਤੇ ਬਿਠਾਇਆ। ਸੰਗਤ ਜੀ ਤਖਤ ਬਹਿ ਤਖਤੈ ਕੀ ਲਾਇਕ। ਹਾਂਜੀ, ਬਹੁਰੋ ਸਭ ਸੋ ਬਚਨ ਅਲਾਇਓ। ਬਾਅਦ ਵਿੱਚ ਮਹਾਰਾਜ ਗਰੀਬ ਨਵਾਜ ਜੀ ਨੇ ਸਾਰਿਆਂ ਨਾਲ ਬਚਨ ਕੀਤਾ। ਜੇ ਕੋ ਹੋਵੇ ਮੇਰੋ ਅਨੁਸਾਰੀ। ਭਾਈ ਜੇ ਕੋਈ ਮੇਰਾ ਸਿੱਖ ਹੈ ਨਮੋ ਕਰੇ ਪਦ ਪਰ ਸਿਰ ਧਾਰੀ। ਤੇ ਉਹ ਫਿਰ ਗੁਰੂ ਅੰਗਦ ਦੇਵ ਜੀ ਵੱਲ ਇਸ਼ਾਰਾ ਕਰਕੇ ਕਹਿਣ ਲੱਗੇ ਇਹਨਾਂ ਦੇ ਚਰਨਾਂ ਤੇ ਸਿਰ ਰੱਖ ਕੇ ਮੱਥਾ ਟੇਕੇ। ਮਹਾਰਾਜ ਕਹਿਣ ਲੱਗੇ ਸੰਗਤ ਜੀ ਜਿੱਥੇ ਜਿੱਥੇ ਬੈਠੇ ਆਪੋ ਆਪਣੇ ਘਰਾਂ ਵਿੱਚ ਹੀ ਮਹਾਰਾਜ ਦੇ ਚਰਨਾਂ ਦਾ ਧਰੋ ਧਿਆਨ ਤੇ ਮੱਥਾ ਟੇਕ ਦਿਓ। ਆਖੋ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਹਾਂਜੀ, ਮਮ ਸਰੂਪ ਕੋ ਜੈਸਾ ਜਾਣੈ। ਜਿਵੇਂ ਤੁਸੀਂ ਮੇਰੇ ਸਰੂਪ ਨੂੰ ਜਾਣਦੇ ਹੋ ਤਿਸੀ ਪ੍ਰਕਾਰ ਇਸੈ ਮਨ ਮਾਨੈ। ਬਸ ਉਸੇ ਤਰ੍ਹਾਂ ਅੱਜ ਤੋਂ ਇਹਨਾਂ ਨੂੰ ਵੀ ਸਮਝਣਾ ਹੈ। ਹਾਂਜੀ, ਸੁਨ ਰਜਾਏ ਸਤਿਗੁਰ ਕੀ ਤਬਹੀ। ਬਸ ਉਸੇ ਵੇਲੇ ਹੀ ਮਹਾਰਾਜ ਜੀ ਦਾ ਹੁਕਮ ਸੁਣ ਕੇ ਬੁੱਢੇ ਤੇ ਆਦਿਕ ਸਿੱਖ ਸਭਹੀ। ਪਿਆਰਿਓ ਸਭ ਤੋਂ ਪਹਿਲਾ ਸਿੱਖ ਉੱਠਿਆ ਮੱਥਾ ਟੇਕਣ ਵਾਲਿਆਂ ਵਿੱਚੋਂ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਸਿੱਖਾਂ ਵਿੱਚੋਂ ਸਭ ਤੋਂ ਪਹਿਲਾ ਸਿਰ ਜਿਹੜਾ ਝੁਕਿਆ ਉਹ ਬਾਬਾ ਬੁੱਢਾ ਜੀ ਦਾ ਝੁਕਿਆ। ਬਾਬਾ ਬੁੱਢਾ ਜੀ ਨੇ ਮੱਥਾ ਟੇਕਿਆ। ਜਦੋਂ ਬਾਬਾ ਜੀ ਨੇ ਮੱਥਾ ਟੇਕ ਦਿੱਤਾ ਤੇ ਹੋਰ ਸਿੱਖ ਸੰਗਤਾਂ ਵੀ ਮੱਥਾ ਟੇਕਣਾ ਸ਼ੁਰੂ ਕਰ ਦਿੱਤਾ ਜੀ। ਹਾਂਜੀ, ਰੁਖ ਬੇਲੋਕ ਕੈ ਦੋਖ ਨਿਕੰਦਨ। ਉਠ ਤਤਕਾਲ ਕੀਨ ਸਭ ਬੰਧਨ। ਸਭ ਸਿੱਖ ਸੰਗਤਾਂ ਨੇ ਫਿਰ ਹੌਲੀ ਹੌਲੀ ਮਹਾਰਾਜ ਗੁਰੂ ਅੰਗਦ ਦੇਵ ਜੀ ਨੂੰ ਨਮਸਕਾਰ ਕੀਤੀ। ਵੇਖੋ ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਹੁਣ ਤਖਤ ਤੇ ਬੈਠ ਗਏ। ਬਾਬਾ ਬੁੱਢਾ ਜੈਸੇ ਸਿੱਖ ਮਹਾਰਾਜ ਨੂੰ ਮੱਥਾ ਟੇਕਣ ਦਾ ਹੈ ਜੀ। ਆਖੋ ਪ੍ਰੇਮ ਨਾਲ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਹਾਂਜੀ, ਜੁਗਲ ਆਤਮਜ ਉਠੇ ਨਾ ਕੋਈ। ਸਭ ਸਿੱਖ ਸੰਗਤਾਂ ਉੱਠੀਆਂ ਪਰ ਉਸ ਸਮੇਂ ਮਹਾਰਾਜ ਦੇ ਦੋ ਪੁੱਤਰ ਨਹੀਂ ਉੱਠੇ ਮੱਥਾ ਟੇਕਣ ਵਾਸਤੇ ਜੀ। ਹਾਂਜੀ, ਬੈਠੇ ਰਹੇ ਮਾਨ ਭਰ ਸੋਈ। ਮਨ ਵਿੱਚ ਮਾਣ ਸੀਗਾ ਵੀ ਅਸੀਂ ਪੁੱਤਰ ਆ। ਹਾਂਜੀ, ਸ਼੍ਰੀ ਗੁਰ ਤਿਨ ਕੋ ਗਿਰਾ ਅਲਾਈ। ਮਹਾਰਾਜ ਨੇ ਵੇਖਿਆ ਸਾਡੇ ਪੁੱਤਰ ਨਹੀਂ ਉੱਠੇ ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਕੀਤਾ ਜੀ। ਹਾਂਜੀ, ਤੁਮ ਭੀ ਉਠ ਬੰਦੋ ਸਿਰ ਨਿਆਈ। ਮਹਾਰਾਜ ਕਹਿੰਦੇ ਪਿਆਰਿਓ ਤੁਸੀਂ ਵੀ ਉੱਠੋ ਮੱਥਾ ਟੇਕੋ ਭਾਈ। ਹਾਂਜੀ, ਕਹਿਤ ਭਏ ਇਹ ਦਾਸ ਤਿਹਾਰਾ। ਤੇ ਫਿਰ ਪੁੱਤਰ ਸੀ ਨਾ ਤੇ ਪੁੱਤਰ ਹੋਣ ਕਰਕੇ ਕਹਿਣ ਲੱਗੇ ਮਹਾਰਾਜ ਇਹ ਤੇ ਤੁਹਾਡੇ ਸੇਵਕ ਨੇ ਨੌਕਰ ਸਨ। ਹਾਂਜੀ, ਹਮ ਸੁਤ ਊਰਦ ਪਦ ਅਧਿਕਾਰਾ। ਉੱਚੇ ਪਦ ਦੇ ਤੇ ਅਸੀਂ ਹੱਕਦਾਰ ਹਾਂ ਮਹਾਰਾਜ, ਅਸੀਂ ਹੱਕਦਾਰ ਹਾਂ। ਕੈਸੇ ਬਨੈ ਬੰਦਨਾ ਕਰਨੀ। ਤੇ ਅਸੀਂ ਇਹਨਾਂ ਨੂੰ ਕਿਵੇਂ ਮੱਥਾ ਟੇਕੀਏ। ਹਮ ਤੇ ਕਰੀ ਨਾ ਜਾਏ ਅਕਰਨੀ। ਇਹ ਅਨਉਚਿਤ ਕੰਮ ਹੈ, ਇਹ ਨਾ ਕਰਨ ਯੋਗ ਕੰਮ ਅਸੀਂ ਨਹੀਂ ਕਰ ਸਕਦੇ। ਇਹ ਕਹਿ ਆਪਣੇ ਸਦਨ ਸਿਧਾਰੇ। ਸੰਗਤ ਜੀ ਇਹ ਕਹਿ ਕੇ ਸਤਿਗੁਰੂ ਜੀ ਦੇ ਦੋਵੇਂ ਪੁੱਤਰ ਆਪਣੇ ਘਰ ਚਲੇ ਗਏ। ਪਿਤ ਕਰਤਬ ਕੁਛ ਹਿਰਦੇ ਨਾ ਧਾਰੇ। ਤੇ ਮਹਾਰਾਜ ਦੀ ਵੱਡੀ ਵਡਿਆਈ ਹਿਰਦੇ ਚ ਨਾ ਧਾਰਨ ਕੀਤੀ ਉਸ ਸਮੇਂ ਦੀ। ਬਾਅਦ ਵਿੱਚ ਝੁਕੇ ਆ ਕੇ ਨਮਸਕਾਰਾਂ ਵੀ ਕੀਤੀਆਂ ਨੇ ਪਰ ਉਸ ਸਮੇਂ ਨਹੀਂ ਵੱਡੀ ਵਡਿਆਈ ਸਤਿਗੁਰੂ ਦੀ ਹਿਰਦੇ ਚ ਧਾਰਨ ਨਹੀਂ ਕੀਤੀ। ਮਨ ਚ ਹੋਰ ਹੀ ਵਿਚਾਰ ਲੈ ਕੇ ਬੈਠੇ ਰਹੇ। ਹਾਂਜੀ, ਮਹਿਮਾ ਲਖ ਕੇ ਕਹਿਓ ਨਾ ਮਾਨਿਓ। ਹਾਂਜੀ, ਤੇਹਸ਼ਨ ਸ਼੍ਰੀ ਗੁਰ ਕੁਛ ਨਾ ਬਖਾਨਿਓ। ਮਹਿਮਾ ਵੇਖ ਕੇ ਕੁਝ ਵੀ ਨਾ ਕਿਹਾ ਜੀ। ਮਹਿਮਾ ਨਹੀਂ ਵੇਖੀ, ਮਹਿਮਾ ਲਖ ਕਹਿ ਕਹਿਓ ਨਾ ਮਾਨਿਓ। ਮਹਾਰਾਜ ਦੀ ਵੱਡੀ ਮਹਿਮਾ ਨਹੀਂ ਸਮਝੀ ਤੇ ਸਤਿਗੁਰੂ ਜੀ ਦਾ ਬਚਨ ਨਹੀਂ ਮੰਨਿਆ ਤੇ ਮਹਾਰਾਜ ਨੇ ਵੀ ਕੁਝ ਨਹੀਂ ਆਖਿਆ ਅੱਗੋਂ ਜੀ। ਗੁਰੂ ਨਾਨਕ ਸਾਹਿਬ ਨੇ ਕੋਈ ਬੋਲ ਨਹੀਂ ਬੋਲਿਆ ਜੀ। ਹਾਂਜੀ, ਬੈਠ ਕਹੇ ਅੰਗਦ ਸੰਗ ਬਚਨਾ। ਹੁਣ ਉਹ ਤੇ ਚਲੇ ਗਏ ਤੇ ਸੰਗਤ ਸਾਰੀ ਬੈਠੀ ਨਮਸਕਾਰਾਂ ਕਰ ਰਹੀ ਤੇ ਮਹਾਰਾਜ ਗੁਰੂ ਨਾਨਕ ਸਾਹਿਬ ਲਾਗੇ ਬੈਠ ਕੇ ਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਕਹਿਣ ਲੱਗੇ। ਹੁਣ ਦੋਵਾਂ ਦੇ ਨਾਮ ਨਾਲ ਗੁਰੂ ਲੱਗ ਗਿਆ ਜੀ। ਹਾਂਜੀ,
ਪਰ ਉਪਕਾਰ ਜਿਨਹਿ ਮਨ ਰਚਨਾ। ਜਿਹੜੇ ਸੱਚੇ ਪਾਤਸ਼ਾਹ ਸਦਾ ਪਰਉਪਕਾਰ ਦੀ ਭਾਵਨਾ ਹਿਰਦੇ ਵਿੱਚ ਰੱਖਦੇ ਐ, ਧੰਨ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ, ਅਬ ਤੁਮ ਜਗਤ ਉਦਾਹਰਨ ਕਾਰਨ। ਮਹਾਰਾਜ ਕਹਿਣ ਲੱਗੇ, ਗੁਰੂ ਅੰਗਦ ਦੇਵ ਜੀ ਹੁਣ ਜਗਤ ਦਾ ਉਧਾਰ ਕਰਨ ਵਾਸਤੇ ਮੂਲ ਮੰਤਰ ਸੁਭ ਕਰਹੁ ਸੁਧਾਰਨ। ਐ ਮੂਲ ਮੰਤਰ ਸੁਣਾਓ। ਮਹਾਰਾਜ ਕਹਿਣ ਲੱਗੇ ਸਾਨੂੰ ਮੂਲ ਮੰਤਰ। ਸਿੱਖੀ ਦੀ ਆਰੰਭਤਾ ਜਿਹੜੀ ਹੈ ਉਹ ਮੂਲ ਮੰਤਰ ਤੋਂ ਹੈ। ਹਾਂਜੀ। ਮਮ ਬਾਣੀ ਗੁਣ ਖਾਨੀ ਦੇਖਾ। ਹਾਂਜੀ। ਲੀਜੈ ਬੀਨੈ ਬੀਨ ਵਿਸੇਖਾ। ਮਹਾਰਾਜ ਕਹਿਣ ਲੱਗੇ, ਜਿਹੜੀ ਬਾਣੀ ਸਾਡੀ ਤੁਹਾਨੂੰ ਕੰਠ ਹੈ, ਉਸ ਬਾਣੀ ਨੂੰ ਪ੍ਰੇਮ ਦੇ ਨਾਲ ਪੜ੍ਹ ਕੇ ਸੁਣਾਓ। ਹਾਂਜੀ। ਹਮਹਿ ਸੁਨਾਵਤ ਜਾਓ ਉਚਾਰਾ। ਉਚਾਰਨ ਕਰੋ ਤੇ ਉਚਾਰਨ ਕਰਕੇ ਸਾਨੂੰ ਪਾਠ ਸੁਣਾਓ। ਹਾਂਜੀ। ਬੰਦ ਮਰਜਾਦ ਕਰਹੁ ਉਪਕਾਰਾ। ਤੇ ਮਰਿਆਦਾ ਬੰਨ ਕੇ ਅੱਗੋਂ ਤੁਸੀਂ ਇਹ ਸੰਗਤ ਤੇ ਉਪਕਾਰ ਕਰੋ। ਅੱਗੋਂ ਗੁਰਮੁਖੀ ਅੱਖਰਾਂ ਦੀ ਮਰਜ਼ਾਦਾ ਜਿਹੜੀ ਹੈ ਉਹ ਫਿਰ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਬੰਨੀ ਸੀਗੀ। ਹਾਂਜੀ। ਹਮ ਤੇ ਜੋ ਜਨਮੈ ਪਛਚਾਤਾ। ਤਿਨ ਸਭ ਕੋ ਹੋਵੈ ਗਤ ਦਾਤਾ। ਤਾਂ ਕਿ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਸਾਡੇ ਤੋਂ ਬਾਅਦ ਵੀ ਸੰਸਾਰ ਵਿੱਚ ਜਿਹੜੇ ਲੋਕ ਆਉਣ, ਗੁਰਬਾਣੀ ਉਹਨਾਂ ਦਾ ਭਲਾ ਕਰੇਗੀ। ਸੰਗਤ ਜੀ ਵੈਸੇ ਤੇ ਮਹਾਰਾਜ ਗਏ ਨਹੀਂ ਕਿਤੇ। ਗੁਰੂ ਨਾਨਕ ਸਾਹਿਬ ਜੀ ਤੇ ਵੱਡੀ ਭਾਵਨਾ ਰੱਖਣੀ, ਇਹ ਨਹੀਂ ਸਮਝਣਾ ਮਹਾਰਾਜ ਕਿਤੇ ਚਲੇ ਗਏ ਹੈ। ਤੇ ਦੂਜੀ ਭਾਵਨਾ ਇਹ ਰੱਖਣੀ ਹੈ, ਮਹਾਰਾਜ ਹਾਜ਼ਰ ਨਾਜ਼ਰ ਨੇ। ਪਰ ਜੇ ਦੂਜਾ ਪੱਖ ਵੀ ਵੇਖੀਏ, ਭਾਵੇਂ ਸਰੀਰ ਕਰਕੇ ਮਹਾਰਾਜ ਸਾਡੇ ਨੂੰ ਨਹੀਂ ਵੀ ਅੱਜ ਦਰਸ਼ਨ ਹੋ ਰਹੇ ਪ੍ਰਤੱਖ, ਪਰ ਬਾਣੀ ਦੇ ਦਰਸ਼ਨ ਤੇ ਹੋ ਰਹੇ ਨਾ ਮਹਾਰਾਜ ਦੀ। ਮਹਾਰਾਜ ਕਹਿਣ ਲੱਗੇ, ਸਾਡੇ ਤੋਂ ਪਛਤਾਤ ਗੁਰਬਾਣੀ ਮੁਕਤੀਦਾਇਕ ਹੋਏਗੀ। ਗੁਰਬਾਣੀ ਸਿੱਖਾਂ ਨੂੰ ਮੁਕਤ ਕਰੇਗੀ, ਕੱਲੀ ਸਿੱਖਾਂ ਨੂੰ ਨਹੀਂ, ਜਿਹੜਾ ਪੜ੍ਹ ਲੇਗਾ ਉਹਨੂੰ ਮੁਕਤ ਕਰੇਗੀ। ਹਾਂਜੀ। ਜਿਉ ਜਹਾਜ਼ ਚੜ ਸਾਗਰ ਤਰਹੀ। ਸਮੁੰਦਰ ਨੂੰ ਤਰਨਾ ਹੋਵੇ ਤੇ ਜਹਾਜ਼ ਦੀ ਲੋੜ ਹੈ ਜੀ, ਸਮੁੰਦਰੀ ਜਹਾਜ਼ ਦੀ। ਹਾਂਜੀ। ਤਿਉ ਤਹ ਪੜ ਸੰਸਾਰ ਉਦਰਹੀ। ਜਿਵੇਂ ਕਿਸੇ ਨੇ ਸਮੁੰਦਰ ਤੇ ਨੂੰ ਪਾਰ ਕਰਨਾ ਹੋਵੇ, ਉਹ ਜਹਾਜ਼ ਵਿੱਚ ਚੜ੍ਹਦਾ ਤੇ ਸਮੁੰਦਰ ਪਾਰ ਕਰ ਜਾਂਦਾ। ਮਹਾਰਾਜ ਕਹਿਣ ਲੱਗੇ, ਇਸੇ ਤਰ੍ਹਾਂ ਜਿੰਨੇ ਸੰਸਾਰ ਰੂਪੀ ਸਾਗਰ ਨੂੰ ਤਰਨਾ ਹੋਊ, ਉਹ ਬਾਣੀ ਦਾ ਆਸਰਾ ਲਵੇ। ਕਹੋ ਪ੍ਰੇਮ ਨਾਲ ਵਾਹਿਗੁਰੂ ਵਾਹਿਗੁਰੂ। ਸੰਗਤ ਜੀ ਕਿਸੇ ਵੀ ਬਾਣੀ ਦਾ ਜਾਪ ਸ਼ੁਰੂ ਕਰ ਲਓ, ਭਾਵੇਂ ਮੂਲ ਮੰਤਰ ਦਾ ਕਰ ਲਓ, ਭਾਵੇਂ ਗੁਰ ਮੰਤਰ ਦਾ ਕਰ ਲਓ। ਬਾਣੀ ਨੇ ਭਲਾ ਹੀ ਕਰਨਾ ਤੁਹਾਡਾ। ਬਾਣੀ ਪਾਰ ਲੈ ਜਾਏਗੀ ਬੰਦੇ ਨੂੰ। ਤੁਸੀਂ ਸੁਣੀ ਸੀ ਨਾ 10ਵੇਂ ਪਾਤਸ਼ਾਹ ਦੀ ਸਾਖੀ, ਹੁਮਾ ਦੇਸ਼ ਤੋਂ ਪੰਛੀ ਆਇਆ। ਵਾਹਿਗੁਰੂ ਨਾਰਦ ਮੁਨੀ ਨੇ ਮਹਾਰਾਜ ਨੂੰ ਹੁਮਾ ਦੇਸ਼ ਦੇ ਪੰਛੀ ਦੇ ਖੰਭ ਲਿਆ ਕੇ ਦਿੱਤੇ। ਤੀਰਾਂ ਨਾਲ ਲਾ ਕੇ ਮਹਾਰਾਜ ਨੇ ਖੰਭ ਚਲਾਏ ਤੇ ਖੰਭ ਤੀਰਾਂ ਨੂੰ ਵੀ ਉੱਥੇ ਹੀ ਲੈ ਗਏ ਜਿੱਥੋਂ ਆਏ ਸਨ ਜੀ। ਮਹਾਰਾਜ ਸਿੱਖਾਂ ਨੂੰ ਕਹਿਣ ਲੱਗੇ, ਸਿੱਖੋ ਤੀਰ ਲੱਭੋ, ਤੇ ਤੀਰ ਲੱਭਣ ਹੀ ਨਾ। ਮਹਾਰਾਜ ਸੱਚੇ ਪਾਤਸ਼ਾਹ ਤੀਰ ਕਿੱਥੇ ਗਏ ਐ? ਮਹਾਰਾਜ ਕਹਿੰਦੇ, ਤੀਰ ਉੱਥੇ ਗਏ ਐ ਜਿੱਥੋਂ ਖੰਭ ਆਏ ਸੀਗੇ। ਮਹਾਰਾਜ ਕਹਿੰਦੇ, ਹੁਮਾ ਪੰਛੀ ਦੇ ਖੰਭ ਸਨ ਤੇ ਉਹ ਖੰਭ ਤੀਰਾਂ ਨੂੰ ਵੀ ਆਪਣੇ ਪੰਛੀ ਕੋ ਲੈ ਗਏ। ਇਸੇ ਤਰ੍ਹਾਂ ਜਿਵੇਂ ਖੰਭ ਜਿੱਥੋਂ ਆਏ ਸਨ ਉੱਥੇ ਵਾਪਸ ਚਲੇ ਗਏ, ਨਾਲ ਤੀਰਾਂ ਨੂੰ ਵੀ ਲੈ ਗਏ। ਬਾਣੀ ਸੱਚਖੰਡ ਵਿੱਚੋਂ ਆਈ ਹੈ, ਜਿਹੜਾ ਪੜ੍ਹੇਗਾ ਉਹਨੂੰ ਵੀ ਸੱਚਖੰਡ ਵਿੱਚ ਹੀ ਲੈ ਜਾਏਗੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਹਾਂਜੀ। ਸੁਨ ਸ਼੍ਰੀ ਅੰਗਦ ਬੰਧਨ ਠਾਨੀ। ਸੁਣ ਕੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਮੱਥਾ ਟੇਕਿਆ ਤੇ ਬਾਣੀ ਸ਼ੁਰੂ ਕੀਤੀ ਜੀ। ਹਾਂਜੀ। ਬੀਨ ਬੀਨ ਨੀਕੇ ਗੁਰਬਾਣੀ। ਤੇ ਚੁਣ ਚੁਣ ਕੇ ਜਿਹੜੇ ਸ਼ਬਦ ਯਾਦ ਸਨ ਪਿਆਰਿਓ, ਉਹ ਸ਼ਬਦ ਪੜ੍ਹੇ ਜੀ। ਹਾਂਜੀ। ਆਨ ਸੁਨਾਵਨ ਕੀਨ ਸੁਹਾਨੀ। ਫਿਰ ਮੂਲ ਮੰਤਰ ਸੁਣਾਇਆ, ਚੁਣ ਚੁਣ ਸ਼ਬਦ ਸੁਣਾਏ ਤੇ ਜਪਜੀ ਸਾਹਿਬ ਦਾ ਪਾਠ ਸੁਣਾਇਆ ਜੀ।
ਜਪਜੀ ਸਾਹਿਬ ਦਾ ਪਾਠ ਸੁਣਾਇਆ। ਹਾਂਜੀ। ਤਬ ਜਪ ਨਾਮ ਧਰਿਓ ਗੁਣ ਖਾਨੀ। ਕਹਿੰਦੇ ਆ ਉਸ ਸਮੇਂ ਫਿਰ ਮਹਾਰਾਜ ਨੇ ਖੁਸ਼ ਹੋ ਕੇ ਜਪਜੀ ਸਾਹਿਬ ਦਾ ਜਾਪ ਕਰਨ ਦਾ ਸਿੱਖਾਂ ਨੂੰ ਹੁਕਮ ਕੀਤਾ ਸੀਗਾ ਜੀ। ਔਰ ਇਸ ਬਾਣੀ ਦਾ ਨਾਮ ਜਪ ਰੱਖਿਆ। ਤੇ ਜਪਜੀ ਸਾਹਿਬ ਕਈ ਕਹਿੰਦੇ ਅਰਥ ਪੜ੍ਹ ਲਓ, ਜਾਪ ਕਰਨ ਦੀ ਲੋੜ ਨਹੀਂ ਹੈ। ਪਿਆਰਿਓ, ਜਪਜੀ ਸਾਹਿਬ ਦਾ ਨਾਮ ਹੀ ਜਪ, ਵੀ ਜਪ। ਤੇ ਜਪ ਸ਼ਬਦ ਜਿੰਨਾ ਚਿਰ ਜ਼ਿੰਦਗੀ ਦਾ ਅੰਤਮ ਸਵਾਸ ਹੈ ਉਹਨਾਂ ਚਿਰ ਤੱਕ ਹੀ ਜਪ ਚੱਲਣਾ, ਵੀ ਜਪੀ ਚੱਲ, ਜਪੀ ਚੱਲ। ਹਾਂਜੀ। ਸ਼੍ਰੀ ਮੁਖ ਤੇ ਮਹਿਮਾ ਪੁੰਨ ਭਾਖੀ। ਜਦੋਂ ਗੁਰੂ ਅੰਗਦ ਦੇਵ ਜੀ ਨੇ ਜਪਜੀ ਸਾਹਿਬ ਦਾ ਪਾਠ ਸੁਣਾਇਆ, ਕਿੰਨਾ ਸੁਹਾਵਣਾ ਸਮਾਂ ਹੋਏਗਾ ਜਦੋਂ ਤਖਤ ਤੇ ਬੈਠੇ ਗੁਰੂ ਅੰਗਦ ਸਾਹਿਬ ਤੇ ਤਖਤ ਤੇ ਬੈਠੇ ਗੁਰੂ ਨਾਨਕ ਸਾਹਿਬ ਤੇ ਜਪਜੀ ਸਾਹਿਬ ਦਾ ਪਾਠ ਮਹਾਰਾਜ ਸੁਣ ਰਹੇ ਤੇ ਮਹਾਰਾਜ ਸੁਣਾ ਰਹੇ ਜੀ। ਤੇ ਮਹਾਰਾਜ ਆਪ ਆਪਣੀ ਰਸਨਾ ਤੋਂ ਪੜ੍ਹ ਰਹੇ ਹੈ। ਵਾਰਿਆ ਨ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਉਸ ਸਮੇਂ ਗੁਰੂ ਨਾਨਕ ਸਾਹਿਬ ਜੀ ਨੇ ਫਿਰ ਜਪਜੀ ਸਾਹਿਬ ਦੀ ਵਡਿਆਈ ਕੀਤੀ। ਪਿਆਰਿਓ, ਹੁਣ ਕਥਾ ਧਿਆਨ ਨਾਲ ਸੁਣਿਓ। ਜਿਹੜਾ ਸਿੱਖ ਹੈ, ਸਿੱਖ ਦੇ ਜੀਵਨ ਵਿੱਚ ਜਪਜੀ ਸਾਹਿਬ ਦਾ ਕੀ ਮਹੱਤਵ ਹੈ। ਹਾਂਜੀ। ਜੋ ਨਰ ਹੋਵੇ ਸਿੱਖੀ ਅਬੇਲਾਖੀ। ਮਹਾਰਾਜ ਕਹਿੰਦੇ ਆ ਸ਼੍ਰੀ ਮੁਖ ਤੇ ਮਹਿਮਾ ਪੁੰਨ ਭਾਖੀ, ਜੋ ਨਰ ਸਿੱਖੀ ਹੋਵੇ ਅਬਿਲਾਖੀ। ਜਿਹੜੇ ਨਰ ਸਿੱਖੀ ਦੇ ਅਬਲਾਖੀ ਹਨ, ਭਾਵ ਜਿਹੜੇ ਚਾਹੁੰਦੇ ਐ ਸਾਨੂੰ ਸਿੱਖੀ ਮਿਲੇ, ਅਸੀਂ ਸਿੱਖ ਬਣਨਾ ਹੈ। ਪਰ ਪਵਾੜਾ ਤਾਂ ਇਹ ਹੈ, ਅੱਜ ਜੰਮਦੇ ਹੀ ਕਹਿ ਦਿੰਦੇ ਅਸੀਂ ਬ੍ਰਹਮ ਗਿਆਨੀ ਬਣ ਜਾਈਏ। ਸਿੱਖ ਬਣਨ ਵਾਸਤੇ ਤੇ ਤਿਆਰ ਹੀ ਕੋਈ ਵਿਰਲਾ, ਸਿੱਖ ਨਹੀਂ ਕੋਈ ਬਣਦਾ। ਮਹਾਰਾਜ ਕਹਿਣ ਲੱਗੇ ਜਿਹੜਾ ਸਿੱਖ ਬਣਨ ਦਾ ਅਭਿਲਾਸ਼ੀ ਹੈ, ਜਿਹੜਾ ਚਾਹੁੰਦਾ ਹੈ ਮੈਂ ਸਤਿਗੁਰਾਂ ਦਾ ਸਿੱਖ ਬਣਾ, ਨਿਸਮਹਿ ਉਠੇ ਸੇ ਕਰਹਿ ਸਨਾਨਾ। ਸਭ ਤੋਂ ਪਹਿਲਾਂ ਪਹਿਰ ਰਾਤ ਰਹਿੰਦਿਆਂ ਉਹ ਉੱਠ ਕੇ ਇਸ਼ਨਾਨ ਕਰੇ। ਪਹਿਰ ਰਾਤ ਰਹਿੰਦਿਆਂ। ਹੁਣ ਇਹ ਇੱਕ ਇੱਕ ਗੱਲ ਬੜੀ ਜ਼ਰੂਰੀ ਹੈ। ਇਹ ਨਹੀਂ ਵੀ ਸੂਰਜ ਚੜ ਗਿਆ, ਸੂਰਜ ਲਿਸ਼ਕਾਂ ਮਾਰ ਰਿਹਾ ਤੇ ਸਿੱਖ ਸੁੱਤਾ ਹੀ ਪਿਆ ਹੈ, ਤਾਂ ਫਿਰ ਉਹ ਸਿੱਖ ਨਹੀਂ ਤੇ ਬਣ ਸਕਦਾ। ਸ੍ਰੀ ਗੁਰੂ ਨਾਨਕ ਸਾਹਿਬ ਜੀ ਸਿੱਖੀ ਦੀ ਮਰਜ਼ਾਦਾ ਬੰਨ੍ਹਦੇ। ਮਹਾਰਾਜ ਕਹਿਣ ਲੱਗੇ ਜਿਹੜਾ ਸਿੱਖੀ ਦਾ ਅਭਿਲਾਸ਼ੀ ਹੈ, ਸਿੱਖ ਬਣਨਾ ਚਾਹੁੰਦਾ ਹੈ, ਉਹ ਪਹਿਰ ਰਾਤ ਉੱਠੇ, ਭਾਵ ਅੰਮ੍ਰਿਤ ਵੇਲੇ ਉੱਠੇ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੇ ਜੀ। ਹਾਂਜੀ। ਜਪ ਪੜ੍ਹ ਹੈ ਇੱਕ ਚਿਤ ਸਾਵਧਾਨਾ। ਨਿਸਮਹਿ ਉਠੇ ਸੇ ਕਰਹਿ ਇਸ਼ਨਾਨਾ। ਜਪ ਪੜ੍ਹ ਹੈ ਇੱਕ ਚਿਤ ਸਾਵਧਾਨਾ। ਇਸ਼ਨਾਨ ਕਰਕੇ ਚਿੱਤ ਨੂੰ ਇੱਕ ਕਰੇ, ਸਾਵਧਾਨ ਹੋਵੇ, ਤੇ ਫਿਰ ਆਪਣੇ ਮੁਖ ਤੋਂ ਜਪਜੀ ਸਾਹਿਬ ਦਾ ਪਾਠ ਕਰੇ, ਜਪ ਦਾ ਪਾਠ ਕਰੇ। ਬਾਣੀ ਦਾ ਨਾਮ ਜਪ ਹੀ ਹੈ। ਸਤਿਕਾਰ ਦੇ ਨਾਲ ਆਪਾਂ ਜਪ ਜੀ ਸਾਹਿਬ ਕਹਿੰਦੇ ਆ। ਉਹ ਜਪ ਦਾ ਪਾਠ ਕਰੇ, ਇੱਕ ਓੰਕਾਰ ਤੋਂ ਲੈ ਕੇ ਕੇਤੀ ਛੁੱਟੀ ਨਾਲ ਤੱਕ ਜਪ ਦਾ ਪਾਠ ਕਰੇ ਜੀ। ਹਾਂਜੀ। ਅਰਧ ਵਿਚਾਰ ਕਰਹਿ ਉਰ ਮਾਹੀ। ਅਰਥ ਵਿਚਾਰ ਕਰਹਿ ਉਰ ਮਾਹੀ। ਰਸਨਾ ਤੋਂ ਕਰੇ ਪਾਠ ਤੇ ਹਿਰਦੇ ਨੂੰ ਫਿਰ ਅਰਥਾਂ ਦੇ ਵਿਚਾਰ ਵਿੱਚ ਲਾਵੇ ਜੀ। ਹਾਂਜੀ। ਮੁਕਤ ਹੋਏ ਸੋ ਸੰਸੇ ਨਾਹੀ। ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕੀਤਾ। ਵੇਖੋ ਦੋ ਹੀ ਕੰਮ ਨੇ, ਅੰਮ੍ਰਿਤ ਵੇਲੇ ਉੱਠੋ ਇਸ਼ਨਾਨ ਕਰੋ ਤੇ ਜਪਜੀ ਸਾਹਿਬ ਦਾ ਮੁਖੋਂ ਕਰੋ ਪਾਠ ਤੇ ਹਿਰਦੇ ਤੋਂ ਕਰੋ ਅਰਥਾਂ ਦੀ ਵਿਚਾਰ।
ਇਹ ਕੰਮ ਜਿਹੜਾ ਰੋਜ਼ ਕਰੇਗਾ, ਗੁਰੂ ਨਾਨਕ ਸਾਹਿਬ ਕਹਿਣ ਲੱਗੇ ਸ਼ੱਕ ਕੋਈ ਨਹੀਂ ਹੈ, ਉਹ ਮੁਕਤ ਹੋ ਜਾਏਗਾ, ਉਹ ਮੁਕਤ ਹੋ ਜਾਏਗਾ। ਹਾਂਜੀ। ਜਪੁ ਜੀ ਸੇਵਨ ਪ੍ਰੀਤ ਸੋ ਜਾਹੀ। ਸੋ ਮਹਾਰਾਜ ਗਰੀਬ ਨਵਾਜ ਕਹਿਣ ਲੱਗੇ ਹੈ, ਜਪ ਜੀ ਸੇਵਨ ਪ੍ਰੀਤ ਸੋ ਜਾਹੀ। ਜਿਹਦਾ ਜਪਜੀ ਦੇ ਸੇਵਨ ਵਿੱਚ ਪਿਆਰ ਪੈ ਜਾਵੇ, ਜਿਹਦੇ ਮਨ ਵਿੱਚ ਪਿਆਰ ਪੈਦਾ ਹੋ ਜਾਵੇ ਕਿ ਮੈਂ ਜਪ ਦੀ ਬਾਣੀ ਦਾ ਜਾਪ ਕਰਨਾ, ਮੈਂ ਜਪਜੀ ਸਾਹਿਬ ਦੇ ਪਾਠ ਕਰਨੇ ਆ। ਹਾਂਜੀ। ਮਮ ਸਮੀਪ ਪ੍ਰਾਪਤ ਹੋਏ ਤਾਹੀ। ਧੰਨ ਗੁਰੂ ਨਾਨਕ ਸਾਹਿਬ ਕਹਿ ਰਹੇ ਐ, ਮਹਾਰਾਜ ਕਹਿੰਦੇ ਭਾਈ ਸਿੱਖੋ, ਉਹ ਮੇਰੀ ਨੇੜਤਾ ਹਾਸਲ ਕਰ ਲਏਗਾ, ਮੈਂ ਉਹਦੇ ਅੰਗ ਸੰਗ ਹੋਵਾਂਗਾ, ਉਹਦੇ ਕੋਲ ਸਦਾ ਰਹਾਂਗਾ। ਇਸੇ ਕਰਕੇ ਗੁਰੂ ਦੇ ਪਿਆਰੇ ਸੰਗਤ ਜੀ 21 ਜਪਜੀ ਸਾਹਿਬ ਦੇ ਪਾਠ ਕਰਦੇ ਆ, ਕਈ 31 ਕਰਦੇ ਆ, ਕਈ 41 ਕਰਦੇ ਆ, ਤੇ ਹੋਰ ਪਿਆਰ ਵਾਲੇ 100 ਜਪਜੀ ਸਾਹਿਬ ਦਾ ਪਾਠ ਵੀ ਕਰਦੇ ਆ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਮਹਾਂਪੁਰਖ ਪਿੰਡਰਾਂ ਵਾਲੇ ਹੱਲ ਵਾਉਂਦਿਆਂ 100 ਪਾਠ ਜਪਜੀ ਸਾਹਿਬ ਦਾ ਕਰ ਜਾਂਦੇ ਸੀ, ਤੇ ਫਿਰ ਜਗਤ ਵਿੱਚ ਪ੍ਰਤਾਪ ਕਿੰਨਾ ਵੱਡਾ ਹੋਇਆ। ਤੇ ਮਾਫ ਕਰਿਓ, ਆਪਾਂ ਇੱਕ ਵੀ ਕਰਦੇ ਆ ਤੇ ਉਹ ਵੀ ਮਰਿਆਦਾ ਨਾਲ ਨਹੀਂ ਕਰਦੇ। ਸੇਵਨ ਦਾ ਅਰਥ ਇੱਕ ਵਾਰ ਪੜ੍ਹਨਾ ਨਹੀਂ ਹੁੰਦਾ, ਸੇਵਨ ਦਾ ਅਰਥ ਹੁੰਦਾ ਬਾਰ-ਬਾਰ ਪੜ੍ਹਨਾ, ਬਾਰ-ਬਾਰ ਪੜ੍ਹਨਾ, ਬਾਰ-ਬਾਰ ਪੜ੍ਹਨਾ। ਮਹਾਰਾਜ ਕਹਿੰਦੇ ਜਪਜੀ ਸੇਵਨ ਪ੍ਰੀਤ ਸੋ ਜਾਹੀ, ਮਮ ਸਮੀਪ ਪ੍ਰਾਪਤ ਹੋਏ ਤਾਹੀ। ਜਿਹੜਾ ਜਪਜੀ ਸਾਹਿਬ ਨੂੰ ਬਾਰ-ਬਾਰ ਪੜ੍ਹੇਗਾ, ਮਨ ਵਿੱਚ ਪ੍ਰੀਤੀ ਧਾਰਨ ਕਰੇਗਾ, ਉਹਨੂੰ ਸਾਡੀ ਨੇੜਤਾ ਪ੍ਰਾਪਤ ਹੋਵੇਗੀ। ਤਰਹਿ ਕਾਮਨਾ ਪੜ ਹੈ ਇੱਕ ਮਨ। ਫਿਰ ਚਲੋ ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਜਪਜੀ ਸਾਹਿਬ ਦਾ ਪਾਠ ਕੀਤੇ ਆ, ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਜੇ ਸੰਸਾਰੀ ਕਾਮਨਾ ਰੱਖ ਲੈ ਵੀ ਹੇ ਮਹਾਰਾਜ ਮੇਰਾ ਆਹ ਕੰਮ ਹੋ ਜਾਵੇ, ਇਹ ਕਾਮਨਾ, ਕੋਈ ਵੀ ਕਾਮਨਾ ਰੱਖੇ, ਉਹ ਕਾਮਨਾ ਰੱਖ ਕੇ ਇੱਕ ਮਨ ਹੋ ਕੇ ਜਪਜੀ ਸਾਹਿਬ ਦਾ ਪਾਠ ਕਰੇ। ਹੋਏ ਸੰਪੂਰਨ ਤੇਹ ਕੀ ਤਤ ਛਿਨ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਇਹ ਥੋੜਾ ਉੱਚੀ ਬੋਲੋ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ, ਮਹਾਰਾਜ ਕਹਿਣ ਲੱਗੇ ਫਿਰ ਉਹਦੀ ਤਤ ਛੇਨੀ ਕਾਮਨਾ ਪੂਰੀ ਹੋਏਗੀ। ਜੰਤਰ ਮੰਤਰ ਪੁੰਨ ਤੰਤਰ ਮਹਾਨਾ। ਸੰਸਾਰ ਵਿੱਚ 3 ਚੀਜ਼ਾਂ ਬੜੀਆਂ ਪ੍ਰਚਲਿਤ ਨੇ, 10ਵੇਂ ਪਾਤਸ਼ਾਹ ਜੀ ਨੇ ਵੀ ਲਿਖੀਆਂ ਨੇ, ਭਾਈ ਕਾਨ ਸਿੰਘ ਨਾਭਾ ਇਹਨਾਂ ਦਾ ਜ਼ਿਕਰ ਕਰਦੇ ਆ। ਨਮੋ ਜੰਤਰ ਜੰਤਰੰਗ ਲਿਖਿਆ, ਨਮੋ ਮੰਤਰ ਮੰਤਰੰਗ ਵੀ ਲਿਖਿਆ, ਤੇ ਤੰਤਰ ਤੰਤਰੰਗ ਵੀ ਲਿਖਿਆ। ਮਹਾਰਾਜ ਕਹਿਣ ਲੱਗੇ ਭਾਵੇਂ ਜੰਤਰ ਹੋਵੇ, ਮੰਤਰ ਹੋਵੇ, ਤੰਤਰ ਹੋਵੇ। ਜੰਤਰ ਕਿਹਨੂੰ ਕਹਿੰਦੇ ਆ, ਮੰਤਰ ਕਿਹਨੂੰ ਕਹਿੰਦੇ, ਤੇ ਤੰਤਰ ਕਿਹਨੂੰ ਕਹਿੰਦੇ ਆ। ਜੰਤਰ ਕਹਿੰਦੇ ਆ ਸਾਧ ਸੰਗਤ ਜੀ ਕਿਸੇ ਵਸਤੂ ਨੂੰ, ਮੰਤਰ ਕਹਿੰਦੇ ਆ ਮੁਖ ਦੇ ਬੋਲ ਨੂੰ। ਤੇ ਜਦੋਂ ਕਿਸੇ ਵਸਤੂ ਤੇ ਮੰਤਰ ਪੜ੍ਹਦੇ ਹੋ, ਕਿਸੇ ਨੂੰ ਖਵਾ ਦਿਓ, ਉਹਨੂੰ ਤੰਤਰ ਕਹਿੰਦੇ ਆ, ਟੂਣਾ ਕਹਿੰਦੇ ਆ। ਹਾਂਜੀ। ਭੂਤ ਜੈ ਪ੍ਰੇਤ ਦੈਤ ਬਲਵਾਨਾ। ਭਾਵੇਂ ਕਿੱਡਾ ਵੀ ਵੱਡਾ ਜੰਤਰ ਮੰਤਰ ਤੰਤਰ ਹੋਵੇ, ਭੂਤ ਹੋਵੇ, ਪ੍ਰੇਤ ਹੋਵੇ, ਦੈਂਤ ਬਲੀ ਆ ਜਾਵੇ, ਤੇਹ ਸਮੀਪ ਨਹਿ ਆਵੈ ਕੋਈ। ਪੜਨ ਪ੍ਰੀਤ ਨਿਤ ਨਰ ਜਿਹ ਹੋਈ। ਪਰ ਮਹਾਰਾਜ ਕਹਿਣ ਲੱਗੇ ਪਿਆਰਿਓ, ਜਿਹੜਾ ਜਪਜੀ ਸਾਹਿਬ ਦਾ ਪਾਠ ਕਰੇਗਾ, ਜਿਹੜਾ ਜਪ ਦਾ ਪਾਠ ਕਰੇਗਾ, ਇਹਨਾਂ ਵਿੱਚੋਂ ਕੋਈ ਵੀ ਚੀਜ਼ ਉਹਦੇ ਨੇੜੇ ਨਹੀਂ ਆ ਸਕਦੀ ਜੀ। ਭੂਤ ਪ੍ਰੇਤ ਦੈਤ ਬਲਵਾਨਾ, ਮਹਾਰਾਜ ਕਹਿੰਦੇ ਉਹਦੇ ਨੇੜੇ ਨਹੀਂ ਆ ਸਕਦੇ। ਹਾਂਜੀ। ਮਾਨੁਖ ਦੇਹ ਜੀਵ ਜਿਨ ਪਾਈ। ਹਜੂਰ ਮਹਾਰਾਜ ਗਰੀਬ ਨਵਾਜ ਕਹਿਣ ਲੱਗੇ ਜਿਨ੍ਹਾਂ ਨੇ ਮਨੁੱਖਾ ਸਰੀਰ ਪਾਇਆ ਹੈ, ਦੇਹ ਪਾਈ ਹੈ, ਜਪ ਬਹੀਨ ਹੋਵੇ ਬਾਦ ਗਵਾਈ। ਭਾਵ ਸਾਡੇ ਸਾਰਿਆਂ ਦੀ ਗੱਲ ਹੈ।
ਮਨੁੱਖਾ ਸਰੀਰ ਕੋਲ ਹੈ, ਜਪ ਨਹੀਂ ਪੜਦਾ। ਮਹਾਰਾਜ ਕਹਿਣ ਲੱਗੇ ਉਹਦਾ ਮਨੁੱਖਾ ਸਰੀਰ ਹੀ ਵਿਅਰਥ ਹੈ। ਜਪਜੀ ਸਾਹਿਬ ਜੀ ਤਾਂ ਬੜੀ ਵੱਡੀ ਵਡਿਆਈ ਆ, ਕੱਲਾ ਮੂਲ ਮੰਤਰ ਹੀ ਨਹੀਂ ਮਾਣ। ਮਹਾਰਾਜ ਕਹਿੰਦੇ ਆ ਨਾ, ਭੂਤ ਪ੍ਰੇਤ ਜੰਤਰ ਮੰਤਰ ਤੰਤਰ ਨਿਕਟ ਨਹੀਂ ਆਉਂਦੇ। ਸਾਧ ਸੰਗਤ ਜੀ, ਸੰਤ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਕਿਸੇ ਨਗਰ ਵਿੱਚ ਕਥਾ ਕਰਨ ਗਏ। ਹੁਣ ਮਹਾਂਪੁਰਖਾਂ ਦੇ ਨਾਲ ਵਿਦਿਆਰਥੀਆਂ ਦਾ ਜੱਥਾ ਜਾਂਦਾ ਤੇ ਮਹਾਂਪੁਰਖਾਂ ਦੀ ਜਿਹੜੀ ਉਮਰ ਹੈ ਉਹ ਵੀ ਜਵਾਨੀ ਵਾਲੀ ਹੈ, ਪ੍ਰਤਾਪ ਬੜਾ ਜ਼ਿਆਦਾ ਹੈ। ਤੇ ਹਰ ਰੋਜ਼ ਜਦੋਂ ਮਹਾਂਪੁਰਖ ਜਥੇ ਸਮੇਤ ਸਿੰਘਾਂ ਦੇ ਸਮੇਤ ਜਾਂਦੇ ਸਨ ਨਾ ਕਥਾ ਕਰਨ ਵਾਸਤੇ, ਤੇ ਰਸਤੇ ਵਿੱਚ ਇੱਕ ਤਾਂਤਰਿਕ ਬੈਠਾ ਸੀਗਾ ਕਿ ਉਹ ਆਪਣੇ ਆਪ ਨੂੰ ਅਖਵਾਉਂਦਾ ਸੀ ਵੀ ਮੈਂ ਵੀ ਬੜਾ ਤਾਕਤਵਰ ਹਾਂ। ਕਹਿੰਦੇ ਆ ਉਹ ਤਾਂਤਰਿਕ ਮਹਾਂਪੁਰਖਾਂ ਦੇ ਜਦੋਂ ਜਾਂਦਿਆਂ ਤੇ ਦਰਸ਼ਨ ਕਰਦਾ, ਉਹਦੇ ਮਨ 'ਚ ਈਰਖਾ ਪੈਦਾ ਹੁੰਦੀ ਵੀ ਮੇਰਾ ਤੇ ਇੰਨਾ ਸਤਿਕਾਰ ਨਹੀਂ ਆ, ਇਹਨਾਂ ਦਾ ਕਿਉਂ ਹੈ। ਆਮ ਹੀ ਆ ਜਾਂਦੀ ਹੈ ਇਹ ਈਰਖਾ। ਇੱਕ ਦਿਨ ਫਿਰ ਉਹਨੇ ਆਖਿਆ ਵੀ ਲੋਕ ਬੜਾ ਮੰਨਦੇ ਆ, ਅੱਜ ਤੁਰਦਿਆਂ ਨੂੰ ਹੀ ਜ਼ਮੀਨ ਤੇ ਸੁੱਟਾਂਗਾ। ਉਹਨੇ ਪੂਰਾ ਮੰਤਰ ਲਾਏ, ਜੰਤਰ ਲਾਏ, ਪੂਰੀ ਕੋਸ਼ਿਸ਼ ਕਰਕੇ। ਤੇ ਸਾਧ ਸੰਗਤ ਜੀ ਜਦੋਂ ਮਹਾਂਪੁਰਖ ਆਏ ਉਹਨਾਂ ਤੇ ਵਾਰ ਕੀਤਾ ਆਪਣੇ ਮੰਤਰਾਂ ਦਾ। ਮਹਾਂਪੁਰਖ ਪ੍ਰੇਮ ਨਾਲ ਲੰਘ ਗਏ ਤੇ ਤਾਂਤਰਿਕ ਉਲਟਾ ਉਹਦੇ ਮੰਤਰ ਉਹਦੇ ਤੇ ਹੀ ਪੁੱਠਾ ਅਸਰ ਕਰ ਗਏ ਤੋਂ ਧਰਤੀ ਤੇ ਡਿੱਗ ਗਿਆ ਜੀ। ਤੇ ਸਾਧ ਸੰਗਤ ਸਿੰਘਾਂ ਨੇ ਪੁੱਛਿਆ ਵੀ ਮਹਾਂਪੁਰਖੋ ਇਹ ਕੀ ਬਣਿਆ। ਮਹਾਂਪੁਰਖਾਂ ਦੱਸਿਆ, ਕਹਿਣ ਲੱਗੇ ਸਾਡੇ ਤੇ ਬੁਰੇ ਮੰਤਰ ਕਰ ਰਿਹਾ ਸੀ, ਸਾਨੂੰ ਗੁਰੂ ਨਾਨਕ ਸਾਹਿਬ ਜੀ ਨੇ ਬਚਾਇਆ ਮੂਲ ਮੰਤਰ ਦੀ ਤਾਕਤ ਨਾਲ। ਭਾਈ ਅਸੀਂ ਉਸ ਵੇਲੇ ਮੂਲ ਮੰਤਰ ਕਰ ਰਹੇ ਸਾਂ। ਸੋ ਜਿਹੜਾ ਮੂਲ ਮੰਤਰ ਹੀ ਕਰਦਾ ਹੈ ਨਾ, ਉਹਨਾਂ ਲਾਗੇ ਹੀ ਇਹ ਚੀਜ਼ਾਂ ਨਹੀਂ ਆਉਂਦੀਆਂ, ਉਹਦੇ ਲਾਗੇ ਹੀ ਇਹ ਚੀਜ਼ਾਂ ਨਹੀਂ ਆਉਂਦੀਆਂ। ਜਿਹੜਾ ਮੂਲ ਮੰਤਰ ਕਰੇ ਉਹਦੇ ਲਾਗੇ ਇਹ ਚੀਜ਼ਾਂ ਨਹੀਂ ਆਉਂਦੀਆਂ। ਤੇ ਸਾਰਾ ਜਪਜੀ ਸਾਹਿਬ ਦਾ ਪਾਠ ਕਰ ਲਏ, ਉਹਦੀ ਤੇ ਖੇਡ ਹੀ ਬੜੀ ਵੱਡੀ ਹੈ। ਸੋ ਮਹਾਰਾਜ ਗਰੀਬ ਨਵਾਜ ਕਹਿਣ ਲੱਗੇ ਮਨੁੱਖਾ ਸਰੀਰ ਤੇ ਪਾਇਆ, ਪਰ ਕਦੇ ਜ਼ਿੰਦਗੀ 'ਚ ਜਪ ਨਹੀਂ ਪੜਿਆ, ਸਮਝੋ ਜ਼ਿੰਦਗੀ ਵਿਅਰਥ ਹੈ। ਸਿੱਖਨ ਜੋਗ ਮੰਤਰ ਗੁਰ ਕੇਰਾ। ਮਹਾਰਾਜ ਕਹਿਣ ਲੱਗੇ ਸਿੱਖਾਂ ਵਾਸਤੇ ਸਭ ਤੋਂ ਵੱਡਾ ਜਿਹੜਾ ਮੰਤਰ ਹੈ, ਇਤ ਉਤ ਨਿਤ ਸੁਖ ਦੇਤ ਕਨੇਰਾ, ਉਹ ਜਪ ਹੀ ਹੈ, ਭਾਵ ਜਪਜੀ ਸਾਹਿਬ ਹੈ। ਇਸ ਦੁਨੀਆ ਵਿੱਚ ਵੀ ਸੁੱਖ ਦਿੰਦਾ ਹੈ, ਪਰਲੋਕ ਵਿੱਚ ਵੀ ਸੁੱਖ ਦਿੰਦਾ ਹੈ। ਜਪਜੀ ਸਾਹਿਬ ਸਾਧ ਸੰਗਤ ਜੀ ਸਾਡਾ ਮਾਲਾ ਮੰਤਰ ਹੈ, ਮਾਲਾ ਮੰਤਰ। ਹਾਂਜੀ, ਹੋਏ ਸਿੱਖ ਜਪ ਕੰਠ ਨਾ ਕੀਨੋ। ਹੁਣ ਅੱਗੇ ਚੱਲੋ। ਮਹਾਰਾਜ ਕਹਿੰਦੇ ਹੋਏ ਸਿੱਖ ਜਪ ਕੰਠ ਨਾ ਕੀਨੋ। ਸਿੱਖ ਹੋਵੇ ਤੇ ਜਪਜੀ ਸਾਹਿਬ ਜ਼ੁਬਾਨੀ ਯਾਦ ਹੀ ਨਾ ਕੀਤਾ ਹੋਵੇ। ਹਾਂਜੀ, ਨਾਉ ਤਰੀਕ ਵੇਖ ਧਰ ਲੀਨੋ। ਤੇ ਮਹਾਰਾਜ ਕਹਿਣ ਲੱਗੇ ਨਾਮ ਤਰੀਕ ਹੀ ਸਿੱਖ ਹੀ ਹੈ, ਭੇਖ ਹੀ ਸਿੱਖ ਦਾ ਬਣਾਇਆ, ਅਸਲ ਵਿੱਚ ਸਿੱਖ ਨਹੀਂ ਹੈ। ਹੁਣ ਆਪਾਂ ਇੰਨਾ ਕੰਮ ਵੀ ਨਹੀਂ ਕਰ ਸਕਦੇ, ਇੱਕ ਜਪਜੀ ਸਾਹਿਬ ਦਾ ਪਾਠ ਨਹੀਂ ਕੰਠ ਕਰ ਸਕਦੇ, ਪਰ ਇਹਦੇ ਵਾਸਤੇ ਵੀ ਗੁਰੂ ਦੀ ਮਿਹਰ ਚਾਹੀਦੀ, ਅਰਦਾਸ ਕਰਿਆ ਕਰੋ। ਉਂਝ ਤਕਰੀਬਨ 1 ਮਹੀਨੇ ਦਾ ਪ੍ਰੋਸੀਜਰ ਹੈ। ਜੇ ਸਾਧ ਸੰਗਤ ਜੀ ਕੋਈ ਪਿਆਰ ਨਾਲ ਜਪਜੀ ਸਾਹਿਬ ਦਾ ਪਾਠ ਦਿਹਾੜੀ ਵਿੱਚ 7-8 ਵਾਰ ਕਰੇ ਤਾਂ 1 ਮਹੀਨੇ ਵਿੱਚ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੋ ਜਾਂਦੀ। ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਦੀ ਕੀ ਨਿਸ਼ਾਨੀ ਹੈ? ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਦੀ ਇਹ ਨਿਸ਼ਾਨੀ ਹੈ, ਪੜ੍ਹਿਆ ਲਿਖਿਆ ਹੋਵੇ ਤਾਂ ਜਪਜੀ ਸਾਹਿਬ ਕੰਠ ਹੋਵੇ, ਸਮਝੋ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਦੀ ਨਿਸ਼ਾਨੀ। ਅਸੀਂ ਪੜ੍ਹੇ ਲਿਖੇ ਹਾਂ ਤੇ ਜਪਜੀ ਸਾਹਿਬ ਕੰਠ ਨਹੀਂ ਕਰਦੇ। ਤਾਂ ਗੁਰਮੁਖ ਪਿਆਰੇ ਦੱਸ ਰਹੇ ਸਨ, ਕਹਿੰਦੇ ਸਾਡੇ ਇਲਾਕੇ ਵਿੱਚ ਇੱਕ ਮਾਈ ਸੀਗੀ, ਉਹਨੇ ਸਵੇਰੇ ਸਵੇਰੇ
ਝਾੜੂ ਮਾਰਨਾ ਤੇ ਸਾਰੀਆਂ ਬਾਣੀਆਂ ਪੜੀ ਜਾਣੀਆਂ, ਜਪਜੀ ਸਾਹਿਬ, ਜਾਪ ਸਾਹਿਬ, 5 ਬਾਣੀਆਂ, ਸੁਖਮਣੀ ਸਾਹਿਬ, ਆਸਾ ਦੀ ਵਾਰ, ਸਾਰਾ ਕੁਝ ਜ਼ੁਬਾਨੀ ਪੜੀ ਜਾਇਆ ਕਰੇ। ਕਹਿੰਦੇ ਉਹਨੂੰ ਪੁੱਛਿਆ ਵੀ ਮਾਈ ਤੈਨੂੰ ਇੰਨੀ ਬਾਣੀ ਕਿਵੇਂ ਯਾਦ ਹੈ? ਅਸੀਂ ਸੁਣਿਆ ਤੂੰ ਪੜ੍ਹੀ ਲਿਖੀ ਨਹੀਂ, ਅੱਖਰ ਤੂੰ ਲਿਖ ਨਹੀਂ ਸਕਦੀ, ਅਖਬਾਰ ਤੂੰ ਪੜ੍ਹ ਨਹੀਂ ਸਕਦੀ। ਤਾਂ ਮਾਈ ਨੇ ਕਿਹਾ, ਕਹਿਣ ਲੱਗੀ ਪੁੱਤ ਜਦੋਂ ਪਾਕਿਸਤਾਨ ਤੋਂ ਆਈ ਸੀ ਉਹ ਮਾਈ, ਕਹਿਣ ਲੱਗੀ ਛੋਟੀ ਹੁੰਨੀ ਸਾਂ ਗੁਰਦੁਆਰਾ ਸਾਹਿਬ ਜਾਨੀ ਸਾਂ ਉਦੋਂ ਤੋਂ ਹੀ, ਤੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਸਾਨੂੰ ਰੋਜ਼ ਇੱਕ ਪੰਕਤੀ ਯਾਦ ਕਰਵਾਉਂਦੇ ਸਨ। ਪੁੱਤਰ ਇੱਕ ਇੱਕ ਪੰਕਤੀ ਯਾਦ ਕਰਦਿਆਂ ਮੈਨੂੰ ਸਾਰੀ ਬਾਣੀ ਯਾਦ ਹੋ ਗਈ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਤੇ ਮਹਾਰਾਜ ਕੀ ਕਹਿ ਰਹੇ ਆ? ਹੋਏ ਸਿੱਖ ਜਪ ਕੰਠ ਨਾ ਕੀਨੋ, ਨਾਉ ਤਰੀਕ ਬੇਖ ਧਰ ਲੀਨੋ। ਸਿੱਖ ਹੋਵੇ ਜਪਜੀ ਸਾਹਿਬ ਕੰਠ ਹੀ ਨਾ ਹੋਵੇ, ਉਹ ਨਾਮ ਤਰੀਕ ਹੈ। ਇਹ ਉਸ ਅਨਪੜ੍ਹ ਮਾਤਾ ਦਾ ਬਚਨ ਦਾਸ ਨੇ ਤੁਹਾਨੂੰ ਸੁਣਾਇਆ। ਕੋਈ ਇਹ ਕਹਿ ਕੇ ਪੱਲਾ ਨਾ ਝਾੜ ਦੇਵੇ ਵੀ ਮੈਂ ਪੜ੍ਹਿਆ ਲਿਖਿਆ ਨਹੀਂ ਆ, ਨਹੀਂ ਤੇ ਕਿਸੇ ਨੂੰ ਕਹੋ ਉਹ ਕੰਠ ਕਰਾ ਦੇ। ਇੱਥੇ ਪੜ੍ਹੇ ਲਿਖੇ ਜਾਂ ਅਨਪੜ੍ਹ ਦੀ ਗੱਲ ਨਹੀਂ ਹੈ, ਇੱਥੇ ਸਿੱਖ ਦੀ ਗੱਲ ਹੈ। ਕਿਸੇ ਨੂੰ ਕਹੋ ਉਹ ਕੰਠ ਕਰਾ ਦੇ, ਪਰ ਕੰਠ ਕਰ ਲੋ। ਹਾਂਜੀ, ਇਸ ਤੇ ਔਰ ਨਾ ਕੋ ਬਿਦ ਉੱਚੀ। ਮਹਾਰਾਜ ਕਹਿਣ ਲੱਗੇ ਇਹਦੇ ਤੋਂ ਉੱਚੀ ਹੋਰ ਕੋਈ ਵੀ ਵਿਧੀ ਨਹੀਂ ਹੈ। ਜਪ ਸੇਵਨ ਇੱਕ ਮਨ ਹੋਏ ਸੂਚੀ। ਜਪ ਜੀ ਦੇ ਸੇਵਨ ਕਰਨ ਨਾਲ ਇੱਕ ਮਨ ਇੱਕ ਚਿੱਤ ਹੋ ਕੇ ਸਰੀਰ ਤੇ ਮਨ ਦੋਵੇਂ ਪਵਿੱਤਰ ਹੋ ਜਾਂਦੇ ਆ। ਕਾਮ ਧੇਨ ਚਿੰਤਾ ਮਨ ਸੁਰਤਰ। ਹੁਣ 3 ਚੀਜ਼ਾਂ ਨੂੰ ਬੜਾ ਉੱਚਾ ਮੰਨਦੇ ਆ। ਕਾਮ ਧੇਨੂ ਗਾਂ, ਕਹਿੰਦੇ ਸਵਰਗ ਵਿੱਚ ਕਾਮ ਧੇਨੂ ਗਾਂ ਸੀ। ਫਿਰ ਕਈ ਕਹਿੰਦੇ ਆ ਕਿ ਇਹ ਰਿਸ਼ੀ ਕੋਲ ਵੀ ਸੀ, ਕਪਲ ਮੁਨੀ ਕੋਲ। ਤੇ ਕਾਮ ਧੇਨੂ ਗਾਂ ਜਿਹਦੇ ਕੋਲ ਹੋਵੇ ਉਹ ਜੋ ਚਾਵੇ ਕਾਮ ਧੇਨੂ ਗਾਂ ਦਈ ਜਾਂਦੀ, ਕਾਮਨਾ ਪੂਰੀ ਕਰਨ ਵਾਲੀ ਗਾਂ। ਚਿੰਤਾ ਮਣੀ ਜਿਹਦੇ ਕੋਲ ਹੋਵੇ ਕਹਿੰਦੇ ਉਹਨੂੰ ਸਾਰੀ ਜ਼ਿੰਦਗੀ ਚਿੰਤਾ ਹੀ ਨਹੀਂ ਲੱਗਦੀ ਕੋਈ। ਤੇ ਸੁਰਤੁਰ, ਵਾਹਿਗੁਰੂ ਸੁਰਤਰ ਕਲਪ ਬ੍ਰਿਛ ਦਾ ਨਾਮ ਹੈ। ਕਹਿੰਦੇ ਆ ਇਹ 3 ਚੀਜ਼ਾਂ ਹਨ ਜਿਹੜੀਆਂ ਕਰ ਨਹਿ ਸਕੇ ਆਦ ਤਿਲ ਸੰਮਤਸਰ। ਕਲਪ ਬ੍ਰਿਛ ਬਾਰੇ ਮੰਨਦੇ ਆ ਜੋ ਕੋਈ ਉਹਦੇ ਹੇਠਾਂ ਬੈਠ ਕੇ ਮੰਗ ਲਵੇ ਉਹ ਪੂਰਾ ਹੋ ਜਾਂਦਾ ਹੈ। ਕਲਪ ਬ੍ਰਿਖ ਦੇ ਕਾਮ ਧੇਨੂ ਗਾਂ, ਚਿੰਤਾ ਮਣੀ ਤੇ ਕਲਪ ਰੁੱਖ ਹੈ ਨਾ ਜਿਹੜਾ, ਗੁਰੂ ਨਾਨਕ ਸਾਹਿਬ ਕਹਿਣ ਲੱਗੇ ਉਹ ਜਪਜੀ ਸਾਹਿਬ ਦੀ ਇੱਕ ਤਿਲ ਜਿੰਨੀ ਵੀ ਬਰਾਬਰੀ ਨਹੀਂ ਕਰ ਸਕਦੇ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਜਪ ਜੀ ਦੇ ਪਾਠ ਦੀ ਉਹ ਇੱਕ ਤਿਲ ਜਿੰਨੀ ਵੀ ਬਰਾਬਰੀ ਨਹੀਂ ਕਰ ਸਕਦੇ। ਤਿਲ ਛੋਟਾ ਜਿਹਾ। ਸੰਗਤ ਜੀ ਕਿੰਨਾ ਵੱਡਾ ਜਪਜੀ ਸਾਹਿਬ ਦਾ ਪਾਠ, ਕਿੰਨੀ ਵੱਡੀ ਮਹਿਮਾ ਹੈ ਜਪਜੀ ਸਾਹਿਬ ਦੇ ਪਾਠ ਦੀ। ਹਾਂਜੀ, ਦੋਹਰਾ ਮਹਿਮਾ ਬਰਨੀ ਅਲਪ ਮੈਂ ਕਹਿ ਨਾ ਜਾਏ ਮਤ ਮੰਦ। ਕਵੀ ਸੰਤੋਖ ਸਿੰਘ ਕਹਿੰਦੇ ਆ ਸੰਗਤ ਜੀ ਤੁਹਾਨੂੰ ਜਿਹੜੀ ਮੈਂ ਜਪਜੀ ਸਾਹਿਬ ਦੀ ਮਹਿਮਾ ਦੱਸੀ ਹੈ ਇਹ ਬੜੀ ਥੋੜੀ ਆਖੀ, ਕਿਉਂਕਿ ਮੈਂ ਮੂਰਖ ਹਾਂ। ਕਹਿਣ ਲੱਗੇ ਮੈਂ ਥੋੜੀ ਬੁੱਧੀ ਵਾਲਾ ਹਾਂ। ਗੁਰੂ ਨਾਨਕ ਸਾਹਿਬ ਜੀ ਨੇ ਤੇ ਜਪ ਦੀ ਮਹਿਮਾ ਬੜੀ ਕੀਤੀ ਹੈ, ਪਰ ਮੈਂ ਪੂਰੀ ਨਹੀਂ ਕਹਿ ਪਾਇਆ। ਊਚ ਅਗਾਧ ਅਕਥ ਹੈ ਜੋ ਜਪੁ ਜੀ ਸੁਖ ਕੰਦ। ਜਪ ਜੀ ਸੁੱਖਾਂ ਦਾ ਕੰਦ, ਸੁੱਖਾਂ ਦਾ ਦਾਤਾ ਹੈ। ਜਪ ਜੀ ਦੀ ਬਾਣੀ, ਜਪ ਜੀ ਦਾ ਪਾਠ ਊਚ ਹੈ, ਅਗਾਧ ਹੈ, ਅਕਥ ਹੈ ਇਹਦੀ ਮਹਿਮਾ। ਚਉਪਈ ਮਨ ਮੂਰਖ ਨਿਤ ਪ੍ਰਤ ਜਪ ਸੇਵ। ਹੁਣ ਕਵੀ ਸੰਤੋਖ ਸਿੰਘ ਆਪਣੇ ਆਪ ਤੇ ਗੱਲ ਲਾ ਕੇ ਸਾਨੂੰ ਦੱਸ ਰਹੇ ਆ। ਕੀ ਕਹਿੰਦੇ ਆ? ਮਨ ਮੂਰਖ ਨਿਤ ਪ੍ਰਤ ਜਪ ਸੇਵ। ਹੇ ਮੇਰੇ ਮੂਰਖ ਮਨਾ, ਸਦਾ ਜਪਜੀ ਸਾਹਿਬ ਦਾ ਸੇਵਨ ਕਰ, ਭਾਵ ਪਾਠ ਕਰਿਆ ਕਰ। ਜਿਹ ਕੋ ਚਾਹੈ ਮੁਨ ਜਨ ਦੇਵ। ਅਸਲ ਵਿੱਚ ਮੁਨੀ ਜਨ ਦੇਵਤੇ ਵੀ
ਜਪਜੀ ਸਾਹਿਬ ਦੀ ਬਾਣੀ ਦਾ ਪਾਠ ਕਰਨਾ ਚਾਹੁੰਦੇ ਹਨ, ਸੁਖ ਪ੍ਰਾਪਤ ਕਰਨਾ ਚਾਹੁੰਦੇ ਹਨ। ਹਾਂਜੀ, ਕਿਤ ਬਿਦ ਹੋਵਹਿ ਮਾਨੁਖ ਦੇਹੀ। ਉਹ ਵੀ ਚਾਹੁੰਦੇ ਆ, ਦੇਵਤੇ ਵੀ ਚਾਹੁੰਦੇ ਆ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਸਾਨੂੰ ਮਨੁੱਖਾ ਸਰੀਰ ਪ੍ਰਾਪਤ ਹੋਵੇ। ਇਸ ਦੇਹੀ ਕੋ ਤਰਸ ਹੈ ਦੇਵ। ਹਾਂਜੀ, ਸ਼੍ਰੀ ਨਾਨਕ ਸਿੱਖੀ ਮਗ ਲੇਹੀ। ਸਿਮਰਦੇ ਆ, ਦੇਵਤੇ ਵੀ ਸਿਮਰਦੇ ਆ, ਇਸ ਦੇਹੀ ਕੋ ਸਿਮਰ ਹੈ ਦੇਵ। ਦੇਵਤੇ ਸਿਮਰਦੇ ਆ ਸਾਨੂੰ ਮਨੁੱਖਾ ਸਰੀਰ ਮਿਲੇ। ਅਸੀਂ ਗੁਰੂ ਨਾਨਕ ਸਾਹਿਬ ਜੀ ਦਾ ਸਿੱਖੀ ਦਾ ਰਸਤਾ ਜਿਹੜਾ ਹੈ ਉਸ ਨੂੰ ਅਪਣਾਈਏ। ਜਪਜੀ ਸੇਵ ਕਟਹਿ ਜਮ ਫਾਸੀ। ਤੇ ਸਾਧ ਸੰਗਤ ਉਹ ਵੀ ਜਪਜੀ ਦਾ ਪਾਠ ਕਰਨਾ ਚਾਹੁੰਦੇ ਆ। ਹੇ ਮੂਰਖ ਮਨਾ, ਜਪਜੀ ਦਾ ਸੇਵਨ ਕਰਨ ਵਾਲੇ ਦੀ ਜਮਾਂ ਦੀ ਫਾਹੀ ਕੱਟੀ ਜਾਂਦੀ ਹੈ। ਜਮਾਂ ਦੇ ਰਸਤੇ ਤੇ ਨਹੀਂ ਪੈਂਦਾ ਜਿਹੜਾ ਆਪਣੇ ਮੁਖ ਤੋਂ ਹਰ ਰੋਜ਼ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਕਰਦਾ ਹੈ। ਬਹੁਰ ਮਿਲਹਿ ਪਦਵੀ ਅਬਿਨਾਸੀ। ਫਿਰ ਕੱਲਾ ਇਹੋ ਹੀ ਨਹੀਂ ਹੈ, ਬਾਅਦ ਵਿੱਚ ਉਸ ਮਨੁੱਖ ਨੂੰ ਵੀ ਅਬਿਨਾਸ਼ੀ ਪਦਵੀ ਦੀ ਪ੍ਰਾਪਤੀ ਹੁੰਦੀ ਹੈ, ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਜਪਜੀ ਦਾ ਸੇਵਨ ਕਰਕੇ। ਇਸੇ ਕਰਕੇ ਗੁਰਮੁਖ ਜਾਪ ਕਰਦੇ ਆ, ਇੱਕ ਥਾਂ ਤੇ ਬੈਠ ਕੇ ਸਵਾ ਲੱਖ ਪਾਠ ਕਰ ਲੈਂਦੇ ਆ ਜਪਜੀ ਸਾਹਿਬ ਦਾ। ਹਾਂਜੀ, ਆਸ ਸੰਜੋਗ ਚਾਹਤ ਹੈ ਸੋਈ। ਹਾਂਜੀ, ਤੁਮ ਕਉ ਤਉ ਸਭ ਪ੍ਰਾਪਤ ਹੋਈ। ਕਹਿੰਦੇ ਐਸਾ ਸੰਜੋਗ ਤਾਂ ਦੇਵਤੇ ਵੀ ਚਾਹੁੰਦੇ ਆ ਕਿ ਸਾਨੂੰ ਮਨੁੱਖਾ ਸਰੀਰ ਪ੍ਰਾਪਤ ਹੋਵੇ, ਅਸੀਂ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਧਾਰਨ ਕਰੀਏ, ਅਸੀਂ ਜਪਜੀ ਦੀ ਬਾਣੀ ਦਾ ਪਾਠ ਕਰੀਏ। ਇਹਨੂੰ ਸੰਜੋਗ ਕਹਿੰਦੇ ਆ। ਐਸਾ ਸੰਜੋਗ ਤਾਂ ਦੇਵਤੇ ਵੀ ਚਾਹੁੰਦੇ ਆ। ਕਹਿੰਦੇ ਐ ਹੇ ਮੇਰੇ ਮਨਾ, ਤੈਨੂੰ ਤਾਂ ਇਹ ਸੰਜੋਗ ਕੁਦਰਤੀ ਪ੍ਰਾਪਤ ਹੋਇਆ। ਵੇਖ ਤੇਰੇ ਕੋ ਮਨੁੱਖਾ ਸਰੀਰ ਵੀ ਹੈ, ਵੇਖ ਤੂੰ ਗੁਰੂ ਨਾਨਕ ਸਾਹਿਬ ਦੇ ਘਰ ਜਨਮ ਲਿਆ ਤੇ ਤੂੰ ਫਿਰ ਜਪਜੀ ਸਾਹਿਬ ਨੂੰ ਕਿਉਂ ਨਹੀਂ ਪੜ੍ਹਦਾ, ਜਪਜੀ ਦਾ ਸੇਵਨ ਕਿਉਂ ਨਹੀਂ ਕਰਦਾ। ਬਾਰ ਬਾਰ ਕਿਆ ਕਹੋਂ ਬਨਾਈ। ਕਵੀ ਸੰਤੋਖ ਸਿੰਘ ਕਹਿੰਦੇ ਮੈਂ ਬਾਰ-ਬਾਰ ਕੀ ਤੁਹਾਨੂੰ ਇੱਕ ਗੱਲ ਬਣਾ ਕੇ ਕਹਾਂ। ਹੋਵੈ ਅਬ ਅੰਤ ਸਮਾਂ ਦੁਖਦਾਈ। ਕਹਿਣ ਲੱਗੇ ਹੋਵੈ ਅਬ ਅੰਤ ਸਮਾਂ ਦੁਖਦਾਈ। ਭਾਈ ਜਦੋਂ ਅੰਤ ਸਮਾਂ ਦੁਖਦਾਈ ਆਉਂਦਾ ਹੈ ਤੇ ਛਿਨ ਪਛੁਤਾਵਹਿ ਮਲ ਹੱਥ। ਤੇ ਜਪਜੀ ਸਾਹਿਬ ਦਾ ਪਾਠ ਨਹੀਂ ਨਾ ਕੀਤਾ ਤੇ ਜਦੋਂ ਅੰਤਮ ਸਮਾਂ ਜ਼ਿੰਦਗੀ ਦਾ ਆਏਗਾ ਉਦੋਂ ਪਤਾ ਲੱਗੇਗਾ, ਹੱਥ ਮਲ ਕੇ ਪਛਤਾਵੇਂਗਾ। ਹਮ ਕਿਉ ਖੋਇਓ ਜਨਮ ਅਕਾਥਾ। ਕਿ ਮੈਂ ਕਿਉਂ ਆਪਣਾ ਜਨਮ ਵਿਅਰਥ ਹੀ ਗਵਾ ਦਿੱਤਾ ਹੈ। ਮੈਂ ਕਿਉਂ ਨਹੀਂ ਜਪਜੀ ਦਾ ਪਾਠ ਜਿਹੜਾ ਉਹ ਕਿਉਂ ਨਹੀਂ ਕੀਤਾ। ਹਾਂਜੀ, ਨਰ ਤਨ ਦੁਰਲਭ ਇਕ ਇਹ ਪਾਇਓ। ਇੱਕ ਤਾਂ ਭਾਈ ਮਨੁੱਖਾ ਸਰੀਰ ਬੜਾ ਦੁਰਲਭ ਹੈ। ਉਹਨਾਂ ਜੀਵਾਂ ਕੋਲੋਂ ਪੁੱਛੋ, ਪਸ਼ੂਆਂ ਕੋਲੋਂ ਪੁੱਛੋ ਜਿਨ੍ਹਾਂ ਕੋਲ ਮਨੁੱਖਾ ਸਰੀਰ ਨਹੀਂ ਹੈ। ਅੱਜ ਅਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਤਿਗੁਰੂ ਜੀ ਦੇ ਦਰਬਾਰ ਦੇ ਦਰਸ਼ਨ ਕਰਕੇ ਆ ਰਹੇ ਸਾਂ ਤੇ ਰਸਤੇ ਵਿੱਚ ਵੇਖਿਆ ਸਾਧ ਸੰਗਤ ਜੀ ਇੱਕ ਧੇਨ ਗਾਂ ਜਿਹੜੀ ਦੁੱਧ ਨਹੀਂ ਸੀ ਦਿੰਦੀ ਤੇ ਐਵੇਂ ਹੀ ਛੱਡੀ ਸੀ ਤੇ ਉਹਦੇ ਮੱਥੇ ਤੇ ਖਾਰਸ਼ ਹੋ ਰਹੀ ਸੀ। ਉਹ ਇੱਕ ਖੰਭੇ ਦੇ ਨਾਲ ਆਪਣੇ ਮੱਥੇ ਨੂੰ ਬਾਰ-ਬਾਰ ਲਾ ਰਹੀ ਸੀ ਤੇ ਖਾਰਸ਼ ਕਰ ਰਹੀ ਸੀ। ਕੇਵਲ ਇੰਨਾ ਕੰਮ ਹੀ ਨਹੀਂ ਕੀਤਾ ਜਾਂਦਾ। ਤੇ ਮਨੁੱਖਾ ਸਰੀਰ ਦੀ ਕਿੰਨੀ ਵੱਡੀ ਮਹਿਮਾ ਹੈ। ਕਹਿਣ ਲੱਗੇ ਇੱਕ ਤਾਂ ਤੁਹਾਨੂੰ ਇੰਨਾ ਕੀਮਤੀ ਮਨੁੱਖਾ ਸਰੀਰ ਮਿਲਿਆ ਹੈ। ਪੁੰਨ ਸਤਿਗੁਰ ਸਿੱਖ ਬੇਖ ਬਖਾਨ ਬਣਾਇਓ। ਉੱਪਰੋਂ ਤੁਸੀਂ ਗੁਰੂ ਦੇ ਸਿੱਖ ਹੋ, ਗੁਰੂ ਦੇ ਸਿੱਖਾਂ ਵਾਲਾ ਭੇਖ ਪਹਿਨਿਆ ਹੈ। ਹਾਂਜੀ, ਤੀਜੋ ਕਲ ਯੁਗ ਕੋ ਹੈ ਕਾਲਾ। ਤੀਜਾ ਕਲ ਯੁਗ ਦਾ ਸਮਾਂ ਚੱਲ ਰਿਹਾ ਹੈ। ਹਾਂਜੀ, ਥੋੜੀ ਸੇਵਾ ਮਹਿ ਹੋਏ ਦਇਆਲਾ। ਜਿਸ ਵਿੱਚ ਕੋਈ ਸੇਵਾ ਥੋੜੀ ਵੀ ਕਰੇ ਤੇ ਮਹਾਰਾਜ ਜ਼ਿਆਦਾ ਦਿਆਲੂ ਹੋ ਜਾਂਦੇ ਆ, ਜ਼ਿਆਦਾ ਕਿਰਪਾਲੂ ਹੋ ਜਾਂਦੇ ਆ। ਹਾਂਜੀ, ਐਸ ਸਮੇਂ ਤੇ ਜੋ ਚੁੱਕ ਜਾਈ। ਭਾਈ ਐਸ ਸਮੇਂ ਵਿੱਚ ਵੀ ਜੇ ਕਿਸੇ ਕੋਲੋਂ ਭੁੱਲ ਹੋ ਜਾਵੇ,
ਹਾਂਜੀ। ਚੜ ਕਰ ਮੇਰ ਰਸਾਤਲ ਪਾਈ। ਤੇ ਮਾਨੋ ਉਹਦੀ ਅਵਸਥਾ ਪਤਾ ਕੀ ਹੈ? ਸੁਮੇਰ ਪਰਬਤ ਤੇ ਬੰਦਾ ਚੜ ਜਾਵੇ, ਐ ਉੱਪਰ ਸਭ ਤੋਂ ਉੱਪਰਲੀ ਚੋਟੀ ਤੇ, ਉੱਥੋਂ ਛਾਲ ਮਾਰ ਕੇ ਡਿੱਗੇ ਤੇ ਆਪਣੀ ਹੱਤਿਆ ਕਰ ਲੇ, ਏਡੀ ਵੱਡੀ ਮੂਰਖਤਾ ਦੇ ਬਰਾਬਰ ਹੈ। ਮਨੁੱਖਾ ਸਰੀਰ ਹੋਵੇ, ਗੁਰੂ ਨਾਨਕ ਦੀ ਸਿੱਖੀ ਹੋਵੇ, ਕਲਯੁਗ ਦਾ ਸਮਾਂ ਹੋਵੇ, ਫਿਰ ਵੀ ਜਪ ਜੀ ਨਾ ਪੜ। ਹਾਂਜੀ। ਜਪੁ ਜੀ ਕੰਠ ਨਰਤਾ ਪ੍ਰਤ ਰਟੈ। ਹਾਂਜੀ। ਜਨਮ ਜਨਮ ਕੇ ਕਲ ਮਲ ਕਟੈ। ਸੋ ਭਾਈ ਜਿਨ੍ਹਾਂ ਨੂੰ ਜਪ ਜੀ ਦਾ ਪਾਠ ਕੰਠ ਹੈ, ਤੇ ਨਿਰੇ ਕੰਠ ਨਾਲ ਹੀ ਗੱਲ ਨਹੀਂ ਬਣਨੀ। ਕਈਆਂ ਨੂੰ ਯਾਦ ਤੇ ਹੁੰਦਾ ਪਰ ਪੜ੍ਹਦੇ ਨਹੀਂ ਹੈ। ਕੰਠ ਹੈ ਤੇ ਜਿਹੜੇ ਰੋਜ਼ ਪਾਠ ਕਰਦੇ ਹਨ, ਉਹਨਾਂ ਦੀ ਫਿਰ ਜਨਮ ਜਨਮ ਦੀ ਮੈਲ ਕੱਟੀ ਜਾਂਦੀ ਹੈ। ਜਨਮਾਂ ਜਨਮਾਂਤਰਾਂ ਦੇ ਕੀਤੇ ਹੋਏ ਪਾਪ ਜੇ ਕੋਈ ਕੱਟਣ ਵਿੱਚ ਸਮਰੱਥ ਹੈ, ਤਾਂ ਉਹ ਫਿਰ ਗੁਰੂ ਦੀ ਬਾਣੀ ਹੈ। ਹਾਂਜੀ। ਸਨੈ ਸਨੈ ਮਨ ਨਿਰਮਲ ਹੋਏ। ਹੌਲੀ ਹੌਲੀ ਜਪ ਜੀ ਦਾ ਪਾਠ ਕਰਦਿਆਂ ਮਨ ਨਿਰਮਲ ਹੁੰਦਾ। ਮੈਂ ਵੇਖਿਆ ਬੜੇ ਬੜੇ ਝਗੜਾਲੂ ਪੁਰਸ਼, ਬੜੇ ਬੜੇ ਖੂੰਖਾਰ ਪੁਰਸ਼ ਜਦੋਂ ਜਪ ਜੀ ਦੇ ਪਾਠ ਦੇ ਅਭਿਆਸ ਵਿੱਚ ਲੱਗ ਜਾਂਦੇ ਆ, ਹੌਲੀ ਹੌਲੀ ਸਾਧੂ ਮਹਾਤਮਾ ਬਣ ਜਾਂਦੇ। ਇੱਕ ਪ੍ਰਮਾਣ ਨਹੀਂ ਹੈ, ਗ੍ਰੰਥ ਭਰੇ ਪਏ ਆ ਪ੍ਰਮਾਣਾਂ ਨਾਲ। ਹਾਂਜੀ। ਗਤ ਪਾਵਹਿ ਭਵ ਬੰਧਨ ਖੋਏ। ਤੇ ਫਿਰ ਮੁਕਤੀ ਮਿਲਦੀ ਹੈ, ਦੁਨਿਆਵੀ ਬੰਧਨ ਵੀ ਦੂਰ ਹੁੰਦੇ ਆ। ਸ਼ਬਦ ਅਭਿਆਸ ਕੀਓ ਨਰ ਜਾਹੀ। ਰਹਿਓ ਨਾ ਕਰਨੋ ਕ੍ਰਿਤ ਕਛ ਤਾਹੀ। ਬਸ ਜਿਹਨੇ ਸ਼ਬਦ ਦਾ ਅਭਿਆਸ ਕਰ ਲਿਆ, ਕੋਈ ਕੰਮ ਐਸਾ ਨਹੀਂ ਰਿਹਾ ਜਿਹੜਾ ਉਹਨੇ ਨਹੀਂ ਕੀਤਾ। ਭਾਵ ਇੱਕ ਕੰਮ ਕਰ ਲੋ, ਸਾਰੇ ਹੀ ਹੋ ਜਾਣਗੇ। ਜਪਜੀ ਦਾ ਪਾਠ ਕਰ ਲੋ, ਅਭਿਆਸ ਕਰ ਲੋ, ਕੰਠ ਕਰ ਲੋ। ਬੜੇ ਬੜੇ ਖੁੰਖਾਰ ਡਾਕੂ ਸਾਧ ਸੰਗਤ ਜੀ, ਸਾਡੇ ਤਰਨ ਤਾਰਨ ਦੇ ਨੇੜੇ ਮਹਾਂਪੁਰਖਾਂ ਵਾਹਿਗੁਰੂ ਗੁਰੂ ਅਰਜਨ ਸਾਹਿਬ ਜੀ ਦੇ ਸਿੱਖਾਂ ਦਾ ਸਥਾਨ ਹੈ, ਸੰਮਣ ਤੇ ਮੂਸਣ ਜੀ ਦਾ, ਸ਼ਬਾਦਪੁਰ ਵਿੱਚ। ਉੱਥੇ ਡਾਕੂ ਸੀ ਬੜਾ ਵੱਡਾ ਉਸ ਸਮੇਂ, ਪੁਰਾਣਾ। ਉੱਥੇ ਇੱਕ ਗੁਰਮੁਖ ਪਿਆਰੇ ਮਹਾਤਮਾ ਰਹਿੰਦੇ ਸਨ। ਡਾਕੂ ਲੁੱਟਣ ਵਾਸਤੇ ਆਇਆ, ਉਹ ਜਪਜੀ ਸਾਹਿਬ ਦੇ ਅਭਿਆਸੀ ਸਨ। ਤੇ ਜਦੋਂ ਲੁੱਟਣ ਆਇਆ, ਉਹ ਕਹਿੰਦੇ ਲੈ ਜਾ ਲੈ ਜਾ, ਸਾਰਾ ਕੁਝ ਹੀ ਲੈ ਜਾ। ਉਹ ਕਹਿਣ ਲੱਗਾ ਤੁਹਾਨੂੰ ਮੇਥੋਂ ਡਰ ਨਹੀਂ ਲੱਗਦਾ? ਉਹ ਕਹਿੰਦੇ ਕਾਹਦਾ ਡਰ ਲੱਗਣਾ, ਸਗੋਂ ਤੂੰ ਸਾਡਾ ਕੰਮ ਸੌਖਾ ਕਰਨਿਆ, ਅਸੀਂ ਬਣਾ ਕੇ ਛਕਾਉਣਾ ਹੀ, ਤੂੰ ਆਪੇ ਇੰਝ ਆਪੇ ਬਣਾ ਕੇ ਛਕ ਲੇਗਾ ਪਦਾਰਥ ਸਾਰੇ। ਪਤਾ ਨਹੀਂ ਉਹਦੇ ਮਨ ਤੇ ਕੀ ਮਿਹਰ ਪਈ, ਉਹ ਚਰਨੀ ਢਹਿ ਪਿਆ। ਮਹਾਂਪੁਰਖ ਕਹਿੰਦੇ ਚਰਨੀ ਢਹਿਣ ਦੀ ਗੱਲ ਨਹੀਂ ਬਣਨੀ, ਆ ਲੈ ਗੁਟਕਾ ਸਾਹਿਬ ਤੇ ਜਪ ਜੀ ਦਾ ਅਭਿਆਸ ਕਰਿਆ ਕਰ। ਉਹ ਜਪਜੀ ਸਾਹਿਬ ਦਾ ਅਭਿਆਸ ਕਰਨ ਲੱਗ ਪਿਆ, ਉੱਥੇ ਹੀ ਜੰਗ ਲੱਗ ਗਿਆ ਉਹਦੀ ਬੰਦੂਕ ਨੂੰ। ਸਾਰੀ ਉਮਰ ਜਪਜੀ ਪੜ੍ਹਦਾ ਰਿਹਾ ਤੇ ਆਪ ਵੀ ਮਹਾਂਪੁਰਖ ਹੀ ਬਣ ਗਿਆ ਜੀ। ਪਾਪ ਕੱਟੇ ਜਾਂਦੇ ਆ, ਪਾਪ ਖਹਿੜਾ ਨੀਚੇ ਛੱਡ ਦੇ, ਇਹਨੂੰ ਕੱਟ ਸਕਦੀ ਤੇ ਗੁਰੂ ਦੀ ਬਾਣੀ ਕੱਟ ਸਕਦੀ ਹੈ। ਸੋ ਗੁਰੂ ਨਾਨਕ ਸਾਹਿਬ ਜੀ ਨੇ ਸਿਫਤ ਕੀਤੀ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਆ, ਜਪਜੀ ਸਾਹਿਬ ਦਾ ਪਾਠ ਹੈ ਜਿਹੜੇ ਪਾਪ ਕੱਟੇ ਜਾਂਦੇ ਆ ਜਿਹਦੇ ਨਾਲ। ਸੋ ਕਰਿਆ ਕਰੋ ਵੱਧ ਤੋਂ ਵੱਧ। ਜਿਹੜੇ ਇੱਕ ਕਰਦੇ ਆ ਉਹ 2 ਸ਼ੁਰੂ ਕਰੋ ਪਾਠ, ਜਿਹੜੇ 2 ਕਰਦੇ ਉਹ 5 ਕਰਿਆ ਕਰੋ, ਜਿਹੜੇ 5 ਕਰਦੇ ਉਹ ਵੱਧ ਕਰੋ, ਜਿਹੜੇ ਵੱਧ ਕਰਦੇ ਉਹਦੇ ਤੋਂ ਵੀ ਵੱਧ ਕਰੋ। ਆਪੇ ਗੁਰੂ ਦੀ ਮਿਹਰ ਹੋ ਜਾਂਦੀ। ਮੈਂ ਮਹਿਸੂਸ ਕੀਤਾ, ਇੱਥੇ ਵਿਦਿਆਰਥੀ ਆਉਂਦੇ ਆ, ਬੱਚੇ ਆਉਂਦੇ ਆ ਪੜ੍ਹਨ ਵਾਸਤੇ, ਜਿਹੜੇ ਬੜੇ ਕਰੋਧੀ ਤੇ ਝਗੜਾਲੂ ਹੁੰਦੇ ਆ, ਉਹ ਜਪਜੀ ਸਾਹਿਬ ਦਾ ਪਾਠ ਕਰਕੇ ਐ ਨਿਮਰਤਾ ਵਿੱਚ ਆਉਣਾ ਹੌਲੀ ਹੌਲੀ ਸ਼ੁਰੂ ਹੋ ਜਾਂਦੇ ਆ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ।
ਪਿਆਰ ਸਤਿਕਾਰ ਦੇ ਨਾਲ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ